स्वागत देश विदेश ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਅਮਿਕਾ। ਰੋਗ ਦੀ ਜੇ ਗੱਲ ਕਰੀਏ, ਰੋਗ ਭਾਵੇਂ ਕੋਈ ਵੀ ਹੋਵੇ ਇਨਸਾਨ ਨੂੰ ਸਰੀਰਿਕ ਤੇ ਮਾਨਸਿਕ ਪੱਖੋਂ ਕਮਜ਼ੋਰ ਕਰ ਜਾਂਦਾ ਹੈ ਤੇ ਮੈਂ ਸ਼ੁਰੂਆਤ ਹੀ ਇਸ ਗੱਲ ਤੋਂ ਇਸ ਲਈ ਕਰ ਰਹੀ ਹਾਂ ਕਿਉਂਕਿ ਅੱਜ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਇਸੇ ਵਿਸ਼ੇ ਤੇ ਚਰਚਾ ਕਰਾਂਗੇ रोग। पर यह पता होना जरूरी है कि ये रोग जिहड़ा है वो संचारित है या गैर संचारित, मतलब कि एक तो दूसरे नूं फैल सकता है या नहीं। गैर संचारित रोग ते संचारित रोग इहदे फर्क नूं समझना भी जरूरी है ते गैर संचारित रोग क्यों हो जाते ने, की कारण ने ते किस तरह उसके निवारण किए जा सकते हैं ये भी समझना बहुत जरूरी है। नॉन कम्युनिकेबल डिजीज़ गैर संचारित रोग जिहदे विच असी हाइपरटेंशन की गल कर लीए या फिर असी डायबिटीज़ की गल कर लीए, शुगर की बीमारी जिसनों असी कहने हैं, या फिर दिल दीयां बीमारियां की गल कर लीए, ये सारियां नॉन कम्युनिकेबल डिजीज़ ने। क्यों हो जांदियां ने ये बीमारियां, की कारण ने ते की निवारण ने, यही साडा गल्लां ते गीत प्रोग्राम का खास विषय है। ते गलबात करन लई स्टूडियो दे विच साडे नाल मौजूद ने डॉक्टर राजीव मेहता जी, बहुत बहुत इन्हां दा स्वागत करते हैं। आयुर्वेदिक मैडिकल ऑफिसर ने पंजाब सरकार दे, बहुत बहुत स्वागत तुहाडा करते हैं। धन्यवाद मेघा जी। ते जिस समय शुरुआत दे विच ही दर्शकां नूं दस्सिआ कि अज दा जिहड़ा साडा विषय रहेगा वो खास तौर ते रहेगा कि गैर संचारी रोग ने, नॉन कम्युनिकेबल डिजीज़ ने, इन्हां बारे असीं पूरी तुहाडे तों जानकारी लैणी है। ते इत्थों शुरुआत करदे हां कि गैर संचारी रोग की ने। गैर संचारी रोग अजिहे रोग ने ਜਿਹੜੇ ਇੱਕ ਤਾਂ ਲੰਬਾ ਸਮਾਂ ਲੈਂਦੇ ਨੇ ਪ੍ਰੋਗਰੈਸ਼ਨ ਦੇ ਵਿੱਚ ਤੇ ਜਿਹੜੇ ਇੱਕ ਦੂਜੇ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੇ ਨਹੀਂ ਹੈ ਤੇ ਲੰਮੇ ਸਮੇਂ ਤੱਕ ਚੱਲਦੇ ਨੇ। ਜਿੱਦਾਂ ਅਸੀਂ ਸੰਚਾਰੀ ਰੋਗਾਂ ਦੀ ਗੱਲ ਕਰ ਲਈਏ, ਉਹ ਸਾਹ ਨਾਲ, ਕੱਪੜੇ ਪਾਉਣ ਨਾਲ ਜਾਂ ਜਿਹੜੇ ਬਰਤਨ ਸ਼ੇਅਰ ਕਰਨ ਨਾਲ, ਇਸ ਤਰ੍ਹਾਂ ਦੀ ਚੀਜ਼ਾਂ ਨਾਲ ਇੱਕ ਦੂਜੇ ਵਿਅਕਤੀ ਤੱਕ ਫੈਲ ਜਾਂਦੇ ਨੇ। ਪਰ ਗੈਰ ਸੰਚਾਰੀ ਜਿਹੜੇ ਰੋਗ ਆ ਉਹ ਇਸ ਤਰ੍ਹਾਂ ਨਾਲ ਕਿਸੇ ਵਿਅਕਤੀ ਨੂੰ ਨਹੀਂ ਫੈਲਦੇ, ਉਹ ਉਹਨਾਂ ਦੀ ਜਿਹੜੀ ਹੌਰੀਜ਼ੌਂਟਲ ਫੈਲਾਅ ਹੈ ਉਹ ਨਹੀਂ ਹੁੰਦਾ जी। ਇਹ ਇਹਨਾਂ ਦੀ ਨਿਸ਼ਾਨੀ ਹੁੰਦੀ ਹੈ, ਇਹਨਾਂ ਦੀ ਨਿਸ਼ਾਨੀ ਹੁੰਦੀ ਹੈ। ਤੇ ਗੈਰ ਸੰਚਾਰੀ ਰੋਗ ਹੈ ਕਿਹੜੇ-ਕਿਹੜੇ ਨੇ ਤੇ ਕਿੰਨੀ ਤਰ੍ਹਾਂ ਦੇ ਨੇ? ਵਿਸ਼ੇਸ਼ ਤੌਰ ਤੇ ਜਿਹੜੇ ਜ਼ਿਆਦਾਤਰ ਜਿਹੜੀ ਡੈਥਸ ਹੈ ਜਾਂ ਜ਼ਿਆਦਾਤਰ ਜਿਹੜੀ ਮੌਤਾਂ ਦੀ ਆਪਾਂ ਗੱਲ ਕਰੀਏ ਜਾਂ ਬਿਮਾਰ ਹੋਣ ਦੀ ਦਰ ਦੀ ਗੱਲ ਕਰੀਏ ਜੀ ਤਾਂ 80% ਜਿਹੜੇ ਲੋਕ ਹੈ, ਜਿਹੜੀ ਬਿਮਾਰੀਆਂ ਹੈ ਜਿਹੜੀ ਲੋਕਾਂ ਨੂੰ ਹੁੰਦੀਆਂ ਨੇ, ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਹੈਗੀ ਉਹ ਹੈਗੀ ਕਾਰਡੀਓਵਾਸਕੂਲਰ ਡਿਜ਼ੀਜ਼, ਜਿਹੜੀ ਦਿਲ ਦੀ ਬਿਮਾਰੀਆਂ। ਉਹਨਾਂ ਦੇ ਵਿੱਚ ਵੀ ਜਿਹੜੇ ਦਿਲ ਦਾ ਦੌਰਾ ਜਿਹਨੂੰ ਆਪਾਂ ਕਹਿ ਦਿੰਦੇ ਇਸਕੀਮਿਕ ਹਾਰਟ ਡਿਜ਼ੀਜ਼, ਅਟੈਕ ਆ ਜਾਣਾ ਜਾਂ ਫਿਰ ਬਲੱਡ ਪ੍ਰੈਸ਼ਰ ਹੋ ਜਾਣਾ ਜਾਂ ਫਿਰ ਸਟ੍ਰੋਕ ਜਿਹੜਾ ਹੈਗਾ ਉਹ ਵਿਸ਼ੇਸ਼ ਤੌਰ ਤੇ ਹੈ। ਤੇ ਦੂਜਾ ਜਿਹੜਾ ਨੰਬਰ ਆਂਦਾ ਉਹ ਆਂਦਾ ਜਿਹੜੀ ਸ਼ੂਗਰ ਦੀ ਜਿਹੜੀ ਬਿਮਾਰੀ ਹੈ ਜਾਂ ਰੈਸਪੀਰੇਟਰੀ ਜਿਹੜੀ ਡਿਜ਼ੀਜ਼ ਹੈ ਨਾ, ਤੇ ਕੈਂਸਰ ਜਿਹੜੇ ਹੈਗੇ ਆ। ਤਾਂ ਇਹ ਵਿਸ਼ੇਸ਼ ਤੌਰ ਤੇ ਜਿਹੜੀ ਚਾਰ ਬਿਮਾਰੀਆਂ ਮੁੱਖ ਤੌਰ ਤੇ ਜਿਹੜੀ ਹੈਗੀਆਂ ਉਹ 80% ਜਿਹੜਾ ਕਾਰਨ ਹੈ ਜਿਹੜੇ ਗੈਰ ਸੰਚਾਰੀ ਰੋਗ ਹੈ ਉਹਨਾਂ ਦਾ। ਤਾਂ ਇਹ ਚਾਰ ਮੁੱਖ ਬਿਮਾਰੀਆਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਹੁੰਦੀਆਂ ਨੇ। ਉਹਦੇ ਵਿੱਚ 25% ਜਿਹੜੀ ਬਿਮਾਰੀ ਹੈ ਟੋਟਲ ਗੈਰ ਸੰਚਾਰੀ ਬਿਮਾਰੀਆਂ ਦਾ ਉਹ ਕਾਰਡੀਓਵਾਸਕੂਲਰ ਡਿਜ਼ੀਜ਼ ਹੈ। ਜਿਹੜੀ 9.5% 10% ਜਿਹੜੀ ਡਿਜ਼ੀਜ਼ ਹੈ ਉਹ ਰੈਸਪੀਰੇਟਰੀ ਡਿਜ਼ੀਜ਼, ਜਿਹੜੀ ਸਾਹ ਦੀ ਬਿਮਾਰੀਆਂ, ਉਹਦੇ ਵਿੱਚ COPD ਇੱਕ ਸਾਡੀ ਬਿਮਾਰੀ ਹੁੰਦੀ ਹੈ। ਦੂਜੀ ਜਿਹੜੀ ਅਸਥਮਾ ਜਿਹੜੀ ਹੈਗੀ ਉਹ 80% ਇਹਨਾਂ ਟੋਟਲ ਜਿਹੜੀ 9.6% ਦੀ ਆਪਾਂ ਗੱਲ ਕੀਤੀ ਤੇ ਹੁੰਦੀ ਹੈ। ਤੇ ਕੈਂਸਰ ਦੀ ਜੇ ਆਪਾਂ ਗੱਲ ਕਰੀਏ ਤਾਂ 6.5-7% ਜਿਹੜੀ 6.8 ਉਹ ਕੈਂਸਰ ਦੀ ਬਿਮਾਰੀ ਹੈ। 2% 2.1 ਜਿਹੜੀ ਹੈ ਉਹ ਸ਼ੂਗਰ ਦੀ ਬਿਮਾਰੀਆਂ। ਤਾਂ ਇਹ ਜਿਹੜੀ ਵਿਸ਼ੇਸ਼ ਤੌਰ ਤੇ ਜਿਹੜੀ ਚਾਰ ਬਿਮਾਰੀਆਂ ਉਹ ਗੈਰ ਸੰਚਾਰੀ ਰੋਗਾਂ ਦਾ ਮੇਨ ਕੰਪੋਨੈਂਟ ਹੈ। ਇਸ ਤੋਂ ਇਲਾਵਾ ਜਿਹੜੇ ਲੀਵਰ ਦੀ ਬਿਮਾਰੀਆਂ ਹੋ ਗਈਆਂ, ਕਿਡਨੀ ਦੀ ਬਿਮਾਰੀਆਂ ਹੋ ਗਈਆਂ ਜਾਂ ਮੈਂਟਲ ਜਿਹੜੇ ਮਾਨਸਿਕ ਜਿਹੜੇ ਰੋਗ ਹੋ ਗਏ ਉਹ, ਜਾਂ ਪੇਟ ਦੀ ਬਿਮਾਰੀਆਂ ਹੋ ਗਈਆਂ, ਉਹ ਵੀ ਕਾਰਨ, ਉਹ ਵੀ ਇੱਕ ਤਰ੍ਹਾਂ ਦੀ ਗੈਰ ਸੰਚਾਰੀ ਰੋਗ ਨੇ। ਪਰ ਮੁੱਖ ਜਿਹੜਾ ਹੈਗਾ ਉਹ ਇਹ ਚਾਰ ਨੇ ਜੀ। ਤੇ ਗੈਰ ਸੰਚਾਰੀ ਰੋਗ ਦੀ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਇਹਦੇ ਵਿੱਚ ਰਿਸਕ ਫੈਕਟਰ ਜਿਹੜੇ ਹੈ ਉਹ ਕਿਹੜੇ-ਕਿਹੜੇ ਆ ਜਾਂਦੇ ਨੇ? ਇਹਦੇ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਰਿਸਕ ਫੈਕਟਰ ਹੁੰਦੇ ਆ। ਕਿਸੇ ਵੀ ਆਪਾਂ ਜੇ ਸਾਰਾ ਇਹ ਇੱਕ ਕੰਪੋਨੈਂਟ ਲੈ ਲਈਏ ਚਾਰੇ ਪੰਜੇ ਬਿਮਾਰੀਆਂ ਦਾ, ਤਾਂ 4-5 ਬਿਮਾਰੀਆਂ ਦੇ ਜਿਹੜੇ ਬਿਹੇਵੀਅਰਲ ਰਿਸਕ ਫੈਕਟਰ ਹੈ, ਜਿਹੜੇ ਇਨਸਾਨ ਤੈਅ ਕਰਦਾ ਕਿ ਉਹਨੇ ਜਿੱਦਾਂ ਉਹ ਕਾਰਨ ਬਣਦੇ ਨੇ ਇਹਨਾਂ ਬਿਮਾਰੀਆਂ ਦੇ। ਵਿੱਚ ਇੱਕ ਹੈਗਾ ਕਿ ਅਨਹੈਲਦੀ ਡਾਈਟ ਲੈਣਾ, ਹੈ ਨਾ, ਜਿਹੜਾ ਹੈਲਦੀ ਡਾਈਟ ਨਾ ਲੈਣਾ, ਜਿਹੜਾ ਹਾਈਜੀਨਿਕ ਡਾਈਟ ਨਾ ਲੈਣਾ। ਦੂਜਾ ਜਿਹੜਾ ਕਾਰਨ ਬਣਦਾ ਕਿ ਫਿਜ਼ੀਕਲ ਐਕਟੀਵਿਟੀ ਨਾ ਕਰਨਾ, ਸਰੀਰਕ ਕਸਰਤ ਜਿਹੜਾ ਹੈਗਾ ਉਹਨੂੰ ਨਾ ਕਰਨਾ। ਤੀਜਾ ਜਿਹੜਾ ਕਾਰਨ ਹੈਗਾ ਕਿ ਜਿਹੜਾ ਤੰਬਾਕੂ ਦਾ ਇਸਤੇਮਾਲ ਕਰਨਾ, ਉਹ ਭਾਵੇਂ ਸਮੋਕ ਵਾਲਾ ਤੰਬਾਕੂ ਹੈ ਭਾਵੇਂ ਸਮੋਕਲੈਸ ਤੰਬਾਕੂ ਹੈ। ਚੌਥਾ ਜਿਹੜਾ ਕਾਰਨ ਹੈਗਾ ਉਹ ਅਲਕੋਹਲ, ਸ਼ਰਾਬ ਦਾ ਸੇਵਨ ਕਰਨਾ, ਹਾਰਮਫੁਲ ਜਿਹੜਾ ਹੈਗਾ। ਤਾਂ ਇਹ ਚਾਰ ਮੇਨ ਜਿਹੜੇ ਮੈਟਾਬੋਲਿਕ ਫੈਕਟਰ ਹਨ ਜਿਹਦੇ ਕਰਕੇ ਇਹ ਬਿਮਾਰੀਆਂ ਦਾ ਕਾਰਨ ਬਣਦੇ ਹਨ। ਤੇ ਬਿਹੇਵੀਅਰ ਫੈਕਟਰ ਜਿਹੜੇ ਹੈਗੇ। ਤੇ ਇਹ ਚਾਰ ਜਿਹੜੇ ਬਿਹੇਵੀਅਰਲ ਜਿਹੜੇ ਸੁਭਾਅ ਨਾਲ ਸੰਬੰਧਿਤ ਹੈ, ਇਨਸਾਨ ਨਾਲ ਸੰਬੰਧਿਤ ਹੈ,
ਇਹ ਚਾਰ ਫੈਕਟਰ ਅੱਗੇ ਫਿਰ ਜਿਹੜੇ ਮੈਟਾਬੋਲਿਕ ਫੈਕਟਰ ਹੈ, ਜਿਹੜੇ ਚੈਪਚਾ ਜਿਹੜੀ ਸਾਡੀ ਕਿਰਿਆ ਉਹਨੂੰ ਪ੍ਰਭਾਵਿਤ ਕਰਨੇ, ਤੇ ਉਹ ਅੱਗੇ ਚਾਰ ਫੈਕਟਰ ਨੂੰ ਜਨਮ ਦਿੰਦੇ, ਜਿਹਦੇ ਵਿੱਚ ਓਵਰਵੇਟ ਜਾਂ ਓਬੇਸਿਟੀ ਜਿਹੜੀ ਹੈਗੀ, ਵਜਨ ਦਾ ਵੱਧ ਜਾਣਾ, ਸਰੀਰ ਦੀ ਹਾਈਟ ਦੇ ਹਿਸਾਬ ਨਾਲ ਜਿਹੜਾ ਵਜਨ ਹੈ ਉਹ ਜ਼ਿਆਦਾ ਹੋਣਾ। ਦੂਜਾ ਜਿਹੜਾ ਇਹਦੇ ਵਿੱਚ ਹੈਗਾ ਕਿ ਹਾਈ ਬਲੱਡ ਪ੍ਰੈਸ਼ਰ ਜਿਹੜਾ ਹੋਣਾ ਹੈ ਨਾ, ਜਿਹੜਾ ਤੁਹਾਡਾ ਬੀਪੀ ਹੈ ਉਹ ਵੱਧ ਜਾਣਾ। ਤੀਜਾ ਜਿਹੜਾ ਹੈਗਾ ਕਿ ਤੁਹਾਡੀ ਬਲੱਡ ਸ਼ੂਗਰ ਜਿਹੜੀ ਹੈ ਉਹ ਵੱਧ ਜਾਣਾ। ਤੇ ਜਿਹੜੇ ਚੌਥਾ ਜਿਹੜਾ ਹੈਗਾ, ਜਿਹੜੇ ਲਿਪਿਡਸ ਜਿਹੜੇ ਹੈਗੇ ਆ ਸਰੀਰ ਦੇ ਵਿੱਚ, ਜਿਹੜਾ ਕੋਲੇਸਟ੍ਰੋਲ ਹੈ, ਟ੍ਰਾਈਗਲਿਸਰਾਈਡਸ ਹੈ, ਜਾਂ ਜਿਹੜੇ ਨੁਕਸਾਨ ਵਾਲੇ ਲਿਪਿਡਸ ਹੁੰਦੇ ਉਹ ਸਰੀਰ ਦੇ ਵਿੱਚ ਵੱਧ ਜਾਣਾ। ਤਾਂ ਇਹ ਚਾਰ ਫੈਕਟਰ ਉਹਨਾਂ ਚਾਰ ਫੈਕਟਰਾਂ ਨੂੰ ਅੱਗੇ ਜਨਮ ਦਿੰਦੇ ਹਨ। ਤਾਂ ਇਸ ਤਰ੍ਹਾਂ ਨਾਲ ਟੋਟਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਬਿਹੇਵੀਅਰਲ ਔਰ ਮੈਟਾਬੋਲਿਕ ਰਿਸਕ ਫੈਕਟਰ ਦੀ, ਤਾਂ 8 ਜਿਹੜੇ ਫੈਕਟਰਸ ਉਹ ਮੇਨ ਜਿਹੜਾ ਰੋਲ ਹੈ ਇਹਨਾਂ ਬਿਮਾਰੀਆਂ ਦੇ ਕਾਰਨ ਚ ਜਿਹੜੇ ਹੈਗੇ ਉਹ ਪਲੇ ਕਰਦੇ ਨੇ ਜੀ। ਤੇ ਜਿਸ ਡਾਕਟਰ ਸਾਹਿਬ ਤੁਸੀਂ ਵਿੱਚ ਥੋੜੀ ਜਿਹੀ ਗੱਲ ਕੀਤੀ ਹਾਈਪਰਟੈਂਸ਼ਨ ਦਾ, ਤੁਸੀਂ ਹੈ ਨਾ ਨਾਮ ਲਿਆ ਜੀ, ਤੇ ਇਹ ਜ਼ਰੂਰ ਤੁਹਾਡੇ ਤੋਂ ਜਾਣਾਂਗੇ ਕਿ ਹਾਈਪਰਟੈਂਸ਼ਨ ਕੀ ਹੈ ਤੇ ਇਹ ਨਾਨ ਕਮਿਊਨੀਕੇਬਲ ਹੈ। ਹਾਈਪਰਟੈਂਸ਼ਨ ਜਿਹੜਾ ਹੈਗਾ ਕਿ ਜਿਹੜੀ ਆਪਾਂ ਗੱਲ ਕੀਤੀ ਕਾਰਡੀਓਵਾਸਕੂਲਰ ਡਿਜ਼ੀਜ਼, ਉਹਦਾ ਇੱਕ ਹਿੱਸਾ ਹੈ ਹਾਈਪਰਟੈਂਸ਼ਨ। ਉਹਦੇ ਵਿੱਚ ਸਟ੍ਰੋਕ ਵੀ ਆਉਂਦਾ ਹੈ, ਇਸਕੀਮਿਕ ਹਾਰਟ ਡਿਜ਼ੀਜ਼ ਵੀ ਆਉਂਦੀ ਹੈ, ਬਲੱਡ ਪ੍ਰੈਸ਼ਰ ਵੀ ਆਉਂਦਾ ਹੈ। ਤਾਂ ਇਹਦੇ ਵਿੱਚ ਜਿਹੜਾ ਬਲੱਡ ਪ੍ਰੈਸ਼ਰ ਹੈ, ਜਿਹੜਾ ਆਪਾਂ ਦੇਖਿਆ ਕਿ ਸਟ੍ਰੋਕ ਦੇ ਚਾਂਸਸ ਹੈ ਜਾਂ ਇਸਕੀਮਿਕ ਹਾਰਟ ਡਿਜ਼ੀਜ਼, ਹਾਰਟ ਅਟੈਕ ਦੇ ਚਾਂਸਸ ਹੈ, ਜਦੋਂ ਵਿਅਕਤੀ ਦਾ ਬਲੱਡ ਪ੍ਰੈਸ਼ਰ ਜਿਹੜਾ ਉੱਪਰਲਾ, ਜਿਹਨੂੰ ਆਪਾਂ ਸਿਸਟੋਲਿਕ ਬਲੱਡ ਪ੍ਰੈਸ਼ਰ ਕਹਿੰਦੇ ਆ, ਉਹ 110 ਤੋਂ ਉੱਪਰ ਹੋਵੇ, ਜਾਂ ਜਿਹੜਾ ਡਾਇਸਟੋਲਿਕ ਬਲੱਡ ਪ੍ਰੈਸ਼ਰ ਹੈ ਉਹ 70 mmHg ਤੋਂ ਉੱਪਰ ਹੋਵੇ, ਤਾਂ ਉਹਦੇ ਜਿਹੜੇ ਚਾਂਸਸ ਹੈ ਉਹ ਵੱਧ ਜਾਂਦੇ ਆ ਜੀ। ਤਕਰੀਬਨ ਜੇ ਆਪਾਂ ਗੱਲ ਕਰੀਏ ਜਿਹੜੀ ਟੋਟਲ ਡੈਥਸ ਹੈ ਸੰਸਾਰ ਦੇ ਵਿੱਚ, ਉਹਦੇ ਵਿੱਚ 9.5% ਜਿਹੜੀ ਮੌਤਾਂ ਨੇ ਉਹ ਹਾਈ ਬਲੱਡ ਪ੍ਰੈਸ਼ਰ ਕਰਕੇ ਹੁੰਦੀਆਂ ਨੇ। ਮਤਲਬ ਇੱਕ ਬਹੁਤ ਵੱਡਾ ਕੰਪੋਨੈਂਟ ਹੈ, ਬਹੁਤ ਵੱਡਾ ਚੰਕ ਹੈ ਕਿ 9.5% ਜਿਹੜੀ ਡੈਥ ਹੈ, ਕਿ ਟੋਟਲ ਡੈਥ ਦਾ ਜਿਹੜਾ ਹੈਗਾ 9.5% ਦਾ ਕਾਰਨ ਕੱਲਾ ਬਲੱਡ ਪ੍ਰੈਸ਼ਰ ਹੈ ਜੀ। ਤੇ ਬਲੱਡ ਪ੍ਰੈਸ਼ਰ ਜਿਹੜਾ ਹੈ ਇਹਨੂੰ ਹੋਰ ਵਿਸਤਾਰ ਦੇ ਨਾਲ ਤੁਹਾਡੇ ਤੋਂ ਸਮਝਾਂਗੇ ਕਿ ਇੱਕ ਤੁਸੀਂ ਦੱਸਿਆ ਹਾਈ ਬੀਪੀ ਦੇ ਕਾਰਨ ਜਿਹੜੀ ਹੈ ਸਮੱਸਿਆਵਾਂ ਇਹ ਆਉਂਦੀਆਂ ਨੇ, ਤੇ ਇਹਦੇ ਨਾਲ ਹੋਰ ਜੁੜੀਆਂ ਕਿਹੜੀਆਂ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਨੇ? ਬਲੱਡ ਪ੍ਰੈਸ਼ਰ, ਜਿਹੜੀ ਡਾਇਬੀਟੀਜ਼, ਜਿਹੜੀ ਓਬੇਸਿਟੀ, ਹਾਈ ਲਿਪਿਡਸ ਹੈ ਨਾ, ਫਿਜ਼ੀਕਲ ਇਨਐਕਟਿਵਿਟੀ, ਇਹ ਸਾਰੇ ਜਿਹੜੇ ਹੈਗੇ ਆਪਸ ਚ, ਮਤਲਬ ਜੇ ਆਪਾਂ ਇਹਨੂੰ ਮਤਲਬ ਇਕੱਲੇ ਤੌਰ ਤੇ ਨਾ ਦੇਖੀਏ, ਸਾਰੇ ਇੰਟਰਲਿੰਕਡ ਜਿਹੜੇ ਹੈਗੇ ਆ, ਮਤਲਬ ਇੱਕ ਦੂਜੇ ਨਾਲ ਆਪਸ ਚ ਜੁੜੇ ਹੋਏ ਆ। ਜੇ ਕਿਸੇ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਹੈ ਔਰ ਨਾਲ ਡਾਇਬੀਟੀਜ਼ ਵੀ ਹੈਗੀ, ਨਾਲ ਉਹ ਓਵਰਵੇਟ ਵੀ ਹੈਗਾ, ਨਾਲ ਲਿਪਿਡਸ ਵੀ ਵਧੇ ਹੋਏ ਆ, ਤਾਂ ਉਹਦੀ ਜਿਹੜੇ ਬਿਮਾਰ ਹੋਣ ਦੇ ਜਿਹੜੇ ਮੌਤ ਦੇ ਜਿਹੜੇ ਚਾਂਸਸ ਹੈ ਉਹ ਬਾਕੀ ਲੋਕਾਂ ਨਾਲੋਂ, ਇਹ ਦੇਖਿਆ ਗਿਆ ਸਟੱਡੀ ਦੇ ਵਿੱਚ, ਵੀ ਵੱਧ ਜਾਂਦੇ ਆ। ਤਾਂ ਬਲੱਡ ਪ੍ਰੈਸ਼ਰ ਨੂੰ ਆਪਾਂ ਇਕੱਲੇ ਤੌਰ ਤੇ ਨਾ ਦੇਖੀਏ, ਇਹਨੂੰ ਇਕੱਠੇ ਤੌਰ ਤੇ ਆਪਾਂ ਇਹਨਾਂ ਨੂੰ ਦੇਖੀਏ ਸਾਰੀ ਬਿਮਾਰੀਆਂ ਤੋਂ, ਤਾਂ ਉਹ ਜਿਹੜਾ ਹੈਗਾ ਉਹਦਾ ਇਲਾਜ ਜਿਹੜਾ ਹੈਗਾ, ਉਹਦੀ ਪ੍ਰੀਵੈਂਸ਼ਨ ਜਿਹੜੀ ਹੈਗੀ ਉਹ ਥੋੜੀ ਜਿਹੀ ਜਿਹੜੀ ਹੈਗੀ ਉਹ ਸੁਖਾਲੀ ਹੋ ਜਾਵੇਗੀ ਹਰ ਵਿਅਕਤੀ ਵਾਸਤੇ ਜੀ। ਤੇ ਦਿਲ ਦੀ ਬਿਮਾਰੀਆਂ ਦੀ ਜੇ ਡਾਕਟਰ ਸਾਹਿਬ ਗੱਲ ਕਰੀਏ, ਤੇ ਦਿਲ ਦੀਆਂ ਬਿਮਾਰੀਆਂ ਪਹਿਲੇ ਤਾਂ ਤੁਹਾਡੇ ਤੋਂ ਇਹੀ ਜਾਣਾਂਗੇ ਕਿ ਆਮ ਤੌਰ ਤੇ ਜਿਸ ਮਰੀਜ਼ ਤੁਹਾਡੇ ਕੋਲ ਆਉਂਦੇ ਨੇ, ਤਾਂ ਕਿਹੜੀ ਆਮ ਜਿਹੜੀ ਪ੍ਰੋਬਲਮਸ ਜਿਹੜੀਆਂ ਹੈ ਉਹ ਦਿਲ ਨਾਲ ਸੰਬੰਧਿਤ ਤੁਸੀਂ ਦੇਖਦੇ ਹੋ? ਜਿਹੜੀ ਜੇ ਆਪਾਂ ਦਿਲ ਦੀ ਬਿਮਾਰੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਵੱਡੀ ਸਮੱਸਿਆ ਹੈ ਉਹ ਹੈਗੀ ਇਸਕੀਮਿਕ ਹਾਰਟ ਡਿਜ਼ੀਜ਼। ਤਕਰੀਬਨ ਜਿਹੜੀ ਟੋਟਲ ਜਿਹੜੀ ਬਿਮਾਰੀਆਂ ਹਾਰਟ ਦੀ ਹੈਗੀਆਂ, ਉਹਦੇ ਵਿੱਚ ਇਸਕੀਮਿਕ ਹਾਰਟ, ਜਿਹੜੀ ਸਟ੍ਰੋਕ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਹਾਈ ਬਲੱਡ ਪ੍ਰੈਸ਼ਰ ਕਰਕੇ, ਜਾਂ ਫਿਰ ਜਿਹੜਾ ਹੈਗਾ ਨਾੜੀਆਂ 'ਚ ਜਿਹੜਾ ਲਿਪਿਡ ਜਿਹੜੇ ਜਮ੍ਹਾਂ ਹੋ ਜਾਂਦੇ ਆ, ਉਹਦੇ ਕਰਕੇ ਜਿਹੜੀ ਤੁਹਾਡੀ ਖੂਨ ਦੀ ਨਾਲੀ ਹੈ, ਖਾਸ ਤੌਰ ਤੇ ਜਿਹੜੀ ਬ੍ਰੇਨ ਨੂੰ ਜਾਂਦੀਆਂ ਹਨ, ਉਹ ਉਹਦੇ ਬਸਟ ਹੋ ਜਾਂਦੀ ਹੈ, ਫਟ ਜਾਂਦੀ ਹੈ। ਤਾਂ ਉਹਦੇ ਕਰਕੇ ਜਿਹੜਾ ਹੈਗਾ ਬ੍ਰੇਨ ਦਾ ਸਾਰਾ ਸਿਸਟਮ ਜਿਹੜਾ ਅਫੈਕਟ ਹੋ ਜਾਂਦਾ ਹੈ। ਤਾਂ ਉਹ ਮੁੱਖ ਕਾਰਨ ਜਿਹੜਾ ਹੈਗਾ ਉਹਦਾ ਬਲੱਡ ਪ੍ਰੈਸ਼ਰ ਹੀ ਬਣਦਾ ਹੈ ਜੀ। ਤੇ ਦਿਲ ਦੀ ਬਿਮਾਰੀਆਂ ਦੀ ਅਸੀਂ ਗੱਲ ਕਰ ਰਹੇ, ਤੇ ਕਾਰਨ ਵੀ ਜਾਣਨੇ ਬਹੁਤ ਜ਼ਰੂਰੀ ਨੇ ਕਿ ਕੀ ਕਾਰਨ ਨੇ ਜੋ ਜਿਹੜੀ ਹਾਰਟ ਪ੍ਰੋਬਲਮਸ ਉਹ ਜ਼ਿਆਦਾ ਵੱਧ ਰਹੀਆਂ ਅੱਜ ਕੱਲ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ। ਅੱਜ ਕੱਲ ਦੇ ਸਮੇਂ ਵਿੱਚ ਕਿਉਂਕਿ ਇੱਕ ਤਾਂ ਜਿਹੜਾ ਹੈਗਾ ਇਹਨਾਂ ਦਾ ਲਿੰਕ ਜਿਹੜਾ ਹੈਗਾ ਸਾਡੀ ਸਮਾਜਿਕ ਸਮੱਸਿਆਵਾਂ ਨਾਲ ਵੀ ਹੈਗਾ। ਜਿਹੜੀ ਦਿਲ ਦੀ ਬਿਮਾਰੀਆਂ, ਜਿਹੜੇ ਆਪਾਂ 8 ਫੈਕਟਰ ਦੀ ਗੱਲ ਕੀਤੀ ਉਹ ਤਾਂ ਹੈ ਹੀ ਹੈਗੇ ਆ, ਜਿਵੇਂ ਕਿ ਆਪਾਂ ਗੱਲ ਕੀਤੀ ਓਵਰਵੇਟ ਹੋਣ ਦੀ, ਹਾਈ ਲਿਪਿਡ ਦੀ, ਹਾਈ ਬਲੱਡ ਪ੍ਰੈਸ਼ਰ ਦੀ, ਹਾਈ ਸ਼ੂਗਰ ਦੀ, ਹੈ ਨਾ, ਫਿਜ਼ੀਕਲ ਇਨਐਕਟਿਵਿਟੀ ਦੀ, ਅਨਹੈਲਦੀ ਡਾਈਟ ਦੀ, ਤੰਬਾਕੂ ਦੀ, ਅਲਕੋਹਲ ਦੀ, ਇਹਨਾਂ ਦੀ ਆਪਾਂ ਗੱਲ ਕੀਤੀ। ਤੇ ਇਸ ਤੋਂ ਇਲਾਵਾ ਜਿਹੜੇ ਸਮਾਜਿਕ ਫੈਕਟਰ ਨੇ, ਜਿੱਦਾਂ ਕਿ ਐਜੂਕੇਸ਼ਨ ਲੈਵਲ ਹੈ, ਗਰੀਬੀ ਹੈ, ਅਰਬਨਾਈਜੇਸ਼ਨ ਜਿਹੜਾ ਸ਼ਹਿਰੀਕਰਨ ਹੋ ਗਿਆ ਹੈ ਨਾ, ਵਿਸ਼ਵੀਕਰਨ ਜਿਹੜਾ ਗਲੋਬਲਾਈਜੇਸ਼ਨ ਹੋ ਗਿਆ, ਉਹ ਸਾਰੇ ਫੈਕਟਰ ਜਿਹੜੇ ਹੈਗੇ ਉਹ ਵੀ ਇਹਦੇ ਵਿੱਚ ਇੱਕ ਵੱਡਾ ਸਾਰਾ ਰੋਲ ਜਿਹੜਾ ਹੈ ਉਹ ਪਲੇ ਕਰਦੇ ਹਨ। ਤਾਂ ਇਹ ਸਾਰੇ ਕਾਰਨ ਜਿਹੜੇ ਹੈਗੇ, ਜਦੋਂ ਇਕੱਲਾ ਕਾਰਨ ਹੋਵੇ ਤਾਂ ਉਹਦੇ ਚਾਂਸਸ ਜਿਹੜੇ ਆ ਉਹ ਨੈਚੁਰਲੀ ਕੁਦਰਤੀ ਤੌਰ ਤੇ ਘੱਟ ਹੋਣਗੇ, ਪਰ ਜਦੋਂ ਇਹ ਸਾਰੇ ਆਪਸ ਵਿੱਚ ਮਿਲ ਜਾਂਦੇ ਆ, ਕਿਸੇ ਵਿਅਕਤੀ ਦੇ ਵਿੱਚ ਇਨਵਾਇਰਮੈਂਟਲ ਫੈਕਟਰ ਵੀ ਨਾਲ ਹੋ ਜਾਂਦੇ ਆ, ਤਾਂ ਉਹ ਜਿਹੜਾ ਹਾਰਟ ਡਿਜ਼ੀਜ਼ ਹੋਣ ਦੀ, ਜਾਂ ਡਾਇਬੀਟੀਜ਼ ਹੋਣ ਦੀ, ਜਾਂ ਬਲੱਡ ਪ੍ਰੈਸ਼ਰ ਵਧਣ ਦੀ, ਹੈ ਨਾ, ਉਹ ਜਿਹੜੀ ਸਮੱਸਿਆ ਦੇ ਜਿਹੜੇ ਉਹ ਹੈਗੇ, ਉਹ ਚਾਂਸਸ ਜਿਹੜੇ ਹੈਗੇ ਉਹ ਵੱਧ ਜਾਂਦੇ ਇਹਦੇ ਨਾਲ। ਤੇ ਡਾਕਟਰ ਸਾਹਿਬ ਇਹ ਵੀ ਅਸੀਂ ਦੇਖ ਰਹੇ ਨਾ ਕਿ ਅੱਜ ਕੱਲ ਸਾਇਲੈਂਟ ਅਟੈਕਸ ਹੈ ਨਾ, ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਆਮ ਤੌਰ ਤੇ ਫਿਰ ਡਾਕਟਰ ਸਾਹਿਬ ਕਹਿੰਦੇ ਨੇ ਕਿ ਇਹ ਸਾਇਲੈਂਟ ਹਾਰਟ ਅਟੈਕ ਹੈ, ਇਹ ਕਾਫੀ ਜ਼ਿਆਦਾ ਵੱਧ ਰਹੇ ਨੇ। ਕੁਝ ਅਸੀਂ ਐਸੀ ਨਿਊਜ਼ ਵੀ ਦੇਖੀਆਂ ਟੀਵੀ ਤੇ ਕਿ ਜਿਮ ਕਰਦੇ ਹੋਏ ਕਈਆਂ ਨੂੰ ਇਹ ਸਾਇਲੈਂਟ ਅਟੈਕਸ ਜਿਹੜੇ ਹੋ ਜਾਂਦੇ ਨੇ।
ਜਿੱਦਾਂ ਅਸੀਂ ਪਹਿਲੇ ਸ਼ੁਰੂ 'ਚ ਗੱਲ ਕੀਤੀ ਕਿ ਜਿਹੜੀ ਨਾਨ ਕਮਿਊਨੀਕੇਬਲ ਡਿਜ਼ੀਜ਼ ਹੈ, ਗੈਰ ਸੰਚਾਰੀ ਜਿਹੜੇ ਰੋਗ ਹੈ, ਉਹ ਬੜੇ ਸਲੋ ਪ੍ਰੋਗਰੈਸਿਵ ਹੁੰਦੇ ਆ ਤੇ ਇਹਦਾ ਇੱਕ ਮੁੱਖ ਸਮੱਸਿਆ ਦਾ ਕਾਰਨ ਇਹ ਵੀ ਹੈ ਕਿ ਅਨਡਾਇਗਨੋਸਡ ਜਿਹੜੇ ਰਹਿ ਜਾਂਦੇ ਆ, ਕਿਉਂਕਿ ਅਸੀਂ ਲੋਕ ਜਿਹੜੇ ਹੈਗੇ ਜਦੋਂ ਤੱਕ ਸਾਨੂੰ ਪ੍ਰੋਬਲਮ ਨਾ ਆਵੇ ਉਦੋਂ ਤੱਕ ਅਸੀਂ ਡਾਕਟਰ ਕੋਲ ਨਹੀਂ ਜਾਂਦੇ ਤੇ ਅਸੀਂ ਜਿਹੜੇ ਸਾਡੇ ਰਹਿਣ ਸਹਿਣ ਹੈ, ਖਾਣ ਪੀਣ, ਉਹਦਾ ਧਿਆਨ ਜਿਹੜਾ ਹੈਗਾ ਜਿਸ ਤਰ੍ਹਾਂ ਨਾਲ ਰੱਖਣਾ ਚਾਹੀਦਾ ਉਹ ਨਹੀਂ ਰੱਖਦੇ, ਤਾਂ ਸਰੀਰ ਦੇ ਅੰਦਰ ਹੀ ਉਹ ਬਿਮਾਰੀ ਜਿਹੜੀ ਹੈ ਉਹ ਡਿਵੈਲਪ ਹੋਣਾ ਸ਼ੁਰੂ ਹੋ ਜਾਂਦੀ ਹੈ। ਤੇ ਕਿਉਂਕਿ ਉਹ ਅਨਡਾਇਗਨੋਸਡ ਹੁੰਦੀ ਹੈ, ਉਹਦਾ ਪਤਾ ਨਹੀਂ ਹੁੰਦਾ, ਤਾਂ ਐਂ ਲੱਗਦਾ ਕਿ ਅਚਾਨਕ ਹੀ ਜਿਹੜੀ ਹੋ ਗਈ, ਬਟ ਉਹ ਅਚਾਨਕ ਨਹੀਂ ਹੁੰਦੀ, ਉਹ ਪਹਿਲੇ ਤੋਂ ਹੀ ਸਰੀਰ 'ਚ ਜਿਹੜੀ ਹੈਗੀ ਉਹ ਚੱਲ ਰਹੀ ਹੁੰਦੀ ਹੈ, ਉਹਦੇ ਜਿਹੜੇ ਲੱਛਣ ਹੈ ਉਹ ਅਚਾਨਕ ਆਉਂਦੇ, ਤਾਂ ਸਾਨੂੰ ਲੱਗਦਾ ਕਿ ਸਾਇਲੈਂਟ ਜਿਹੜਾ ਅਟੈਕ ਹੈ ਉਹ ਆ ਗਿਆ। ਤੇ ਕੀ ਲੱਛਣ ਜਿਹੜੇ ਹੈ ਉਹ ਪਹਿਲੇ ਉਹ ਨਜ਼ਰ ਆਉਂਦੇ ਨੇ ਜਾਂ ਉਹ ਪਹਿਲੇ ਹੀ ਨੋਟਿਸ ਕਰ ਲੈਣੇ ਚਾਹੀਦੇ ਨੇ ਤੇ ਫਟਾਫਟ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੇ ਦਿਲ ਦੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਗੱਲ ਕੀਤੀ ਜਾਵੇ ਤਾਂ? ਲੱਛਣ ਜਿਹੜੇ ਹੈਗੇ, ਇੱਕ ਤਾਂ ਜਿਹੜਾ ਵਜ਼ਨ ਹੈ ਉਹ ਜਿਹੜਾ ਤੁਹਾਡਾ ਹੈਗਾ ਜ਼ਰੂਰਤ ਨਾਲੋਂ ਜ਼ਿਆਦਾ ਹੈ, ਓਬੀਜ਼ ਹੈਗੇ ਤੁਸੀਂ, ਓਵਰਵੇਟ ਹੈਗੇ ਹੋ, ਤੁਹਾਡੀ ਫਿਜ਼ੀਕਲ ਐਕਟੀਵਿਟੀ ਕਮ ਹੈ, ਸੈਡੈਂਟਰੀ ਲਾਈਫਸਟਾਈਲ ਹੈ, ਇਸ ਤਰ੍ਹਾਂ ਦਾ ਲਾਈਫਸਟਾਈਲ ਹੈ ਜਿਹਦੇ ਵਿੱਚ ਤੁਹਾਨੂੰ ਸਰੀਰਕ ਕੰਮ ਕਰਨ ਦੀ ਜਿਹੜੀ ਜ਼ਰੂਰਤ ਹੈ ਉਹ ਘੱਟ ਪੈਂਦੀ ਆ, ਜਾਂ ਕੋਈ ਵਿਅਕਤੀ ਜਿਹੜਾ ਹੈਗਾ ਤੰਬਾਕੂ ਦਾ ਸੇਵਨ ਕਰਦਾ, ਅਲਕੋਹਲ ਦਾ ਸੇਵਨ ਕਰਦਾ, ਤਾਂ ਇਹੋ ਜਿਹੇ ਲੋਕਾਂ ਨੂੰ ਜਾਂ ਜਿਨ੍ਹਾਂ ਜਿਹੜਾ ਹੈਗਾ ਪਰਿਵਾਰ ਦੇ ਵਿੱਚ ਬਿਮਾਰੀਆਂ ਜਿਹੜੀ ਹੈਗੀਆਂ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਜਾਂ ਸ਼ੂਗਰ ਹੈ, ਜਾਂ ਕਿਸੇ ਨੂੰ ਦੋ ਕੰਪੋਨੈਂਟ ਇਕੱਠੇ ਮਿਲ ਗਏ ਜਿੱਦਾਂ ਬਲੱਡ ਪ੍ਰੈਸ਼ਰ ਔਰ ਸ਼ੂਗਰ, ਬੜਾ ਹੀ ਜਿਹੜਾ ਹੈਗਾ ਡੈਡਲੀ ਕੰਬੀਨੇਸ਼ਨ ਜਿਹੜਾ ਦੋਨਾਂ ਦਾ ਹੈਗਾ, ਤਾਂ ਉਹਨਾਂ ਲੋਕਾਂ ਨੂੰ ਖਾਸ ਜਿਹੜੀ ਹੈ ਉਹ ਤਰਜੀਹ ਦੇਣ ਦੀ ਲੋੜ ਹੈ। ਤੇ ਜਿਹੜੇ ਆਪਣੇ ਇਹ ਸਿਰਫ ਇਲਾਜ ਦੀ ਗੱਲ ਨਾ ਆਪਾਂ ਕਰੀਏ ਕਿ ਇਲਾਜ ਕਿਵੇਂ ਹੋਏਗਾ, ਕਿਉਂਕਿ ਇੱਕ ਵਾਰ ਬਿਮਾਰੀ ਹੋ ਜਾਂਦੀ ਹੈ ਤਾਂ ਉਹਦਾ ਜਿਹੜਾ ਇਲਾਜ ਹੈ, ਉਹਦੇ ਤੇ ਆਉਣ ਵਾਲਾ ਜਿਹੜਾ ਖਰਚਾ ਹੈ ਉਹ ਪਰਿਵਾਰ ਵਾਸਤੇ ਵੀ, ਉਹ ਜਿਹੜਾ ਹੈਗਾ ਦੇਸ਼ ਵਾਸਤੇ ਵੀ ਬਹੁਤ ਜ਼ਿਆਦਾ ਪੈਂਦਾ। ਜਦੋਂ ਆਪਾਂ ਇਹਦੇ ਪ੍ਰੀਵੈਂਸ਼ਨ ਵੱਲ ਨੂੰ ਜਾਂਦੇ ਹਾਂ ਕਿ ਇਹਨੂੰ ਰੋਕਿਆ ਕਿਵੇਂ ਜਾ ਸਕਦਾ, ਤਾਂ ਉਹ ਜਿਹੜਾ ਖਰਚਾ ਹੈ ਉਹ ਇਹ ਦੇਖਿਆ ਗਿਆ ਕਿ ਹਰ ਵਿਅਕਤੀ ਦਾ ਜਿਹੜਾ ਖਰਚਾ ਪ੍ਰਤੀ ਵਿਅਕਤੀ ਜੇ ਆਪਾਂ ਲਈਏ ਪਰ ਸਾਲ ਦੇ ਵਿੱਚ ਤਾਂ ਸਿਰਫ 35 ਰੁਪਏ 40 ਰੁਪਏ ਆਉਂਦਾ ਹੈ। $0.4 ਜਿਹੜਾ ਹੈਗਾ ਉਹ ਖਰਚਾ ਪਰ ਪਰਸਨ ਪਰ ਈਅਰ ਹੈ ਨਾ। ਇੰਨਾ ਖਰਚਾ ਜਿਹੜੇ ਜੇ ਆਪਾਂ ਹੈਲਥ ਪ੍ਰਮੋਸ਼ਨ ਦੀ ਗੱਲ ਕਰੀਏ, ਇਹਨਾਂ ਨੂੰ ਰੋਕਣ ਦੀ ਗੱਲ ਕਰੀਏ, ਜੇ ਆਪਾਂ ਇਲਾਜ ਵੱਲ ਨੂੰ ਜਾਈਏ ਤਾਂ ਉਹਦਾ ਜਿਹੜਾ ਖਰਚਾ ਹੈ ਸਾਡੇ ਦੇਸ਼ ਦੇ ਉੱਪਰ ਵੀ, ਸਾਡੀ ਇਕਨੋਮੀਜ਼ ਦੇ ਉੱਪਰ ਵੀ, ਪਰਿਵਾਰ ਦੇ ਉੱਪਰ ਵੀ, ਹੈਲਥ ਇਨਫਰਾਸਟ੍ਰਕਚਰ ਦੇ ਉੱਪਰ ਵੀ ਉਹਦਾ ਜਿਹੜਾ ਵਜ਼ਨ ਹੈ ਉਹ ਬਹੁਤ ਜ਼ਿਆਦਾ ਪੈਂਦਾ ਕੰਪੈਰੀਜ਼ਨ ਟੂ ਕੀ ਆਪਾਂ ਨੂੰ ਰੋਕਣ ਦੀ ਗੱਲ ਕਰੀਏ ਤਾਂ। ਜੀ, ਤੇ ਡਾਕਟਰ ਸਾਹਿਬ ਪਰ ਕੀ ਕਾਰਨ ਹੋ ਸਕਦੇ ਨੇ ਜਿਸ ਕਰਕੇ ਬੀਪੀ ਦੀ ਅੱਜਕੱਲ ਦੀ ਸਮੇਂ ਦੇ ਵਿੱਚ ਅਸੀਂ ਦੇਖੀਏ ਕਿ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਜ਼ਿਆਦਾ ਵੱਧ ਰਹੀ ਹੈ, ਹਾਰਟ ਦੀਆਂ ਪ੍ਰੋਬਲਮਸ ਵੀ ਜ਼ਿਆਦਾ ਵੱਧ ਰਹੀਆਂ ਨੇ, ਕੀ ਇਸ ਦੇ ਕਾਰਨ ਹੋ ਸਕਦੇ ਨੇ? ਇਸ ਦੇ ਬਾਰੇ ਆਪਾਂ ਜਿਵੇਂ ਗੱਲ ਕੀਤੀ, ਤੁਹਾਨੂੰ ਦੱਸਿਆ ਕਿ ਜਿਹੜੇ ਰਿਸਕ ਫੈਕਟਰ ਜਿਹੜੇ ਹੈਗੇ ਉਹ ਕੰਬੀਨੇਸ਼ਨ ਦੇ ਵਿੱਚ ਆ ਜਾਂਦੇ ਆ। ਜਿੱਦਾਂ ਕੋਈ ਵਿਅਕਤੀ ਜਿਹੜਾ ਹੈਗਾ ਉਹ ਕਸਰਤ ਵੀ ਨਹੀਂ ਕਰਦਾ, ਉਹ ਜਿਹੜਾ ਵਿਅਕਤੀ ਹੈ ਉਹ ਅਨਹੈਲਦੀ ਡਾਈਟ ਵੀ ਲੈਂਦਾ ਹੈ, ਫੈਟ ਰਿਚ ਲੈਂਦਾ ਹੈ, ਸ਼ੂਗਰ ਰਿਚ ਲੈਂਦਾ ਹੈ, ਸਾਲਟ ਰਿਚ ਲੈਂਦਾ ਹੈ ਨਾ, ਤੇ ਉਹ ਜਿਹੜਾ ਵਿਅਕਤੀ ਹੈਗਾ ਉਹ ਤੰਬਾਕੂ ਦਾ ਸੇਵਨ ਵੀ ਕਰਦਾ, ਅਲਕੋਹਲ ਦਾ ਸੇਵਨ ਵੀ ਕਰਦਾ, ਉਹ ਜਿਹੜਾ ਵਿਅਕਤੀ ਹੈ ਓਬੀਜ਼ ਵੀ ਹੈਗਾ ਹੈ, ਉਹ ਜਿਹੜਾ ਵਿਅਕਤੀ ਉਹਨੂੰ ਸ਼ੂਗਰ ਵੀ ਹੈਗੀ ਹੈ, ਉਹਦੇ ਲਿਪਿਡਸ ਵੀ ਵਧੇ ਹੋਏ ਆ, ਉਹਦਾ ਜਿਹੜਾ ਕੋਲੇਸਟ੍ਰੋਲ ਜਿਹੜਾ ਉਹ ਵਧਿਆ ਹੋਇਆ, ਤਾਂ ਇਹ ਸਾਰੇ ਫੈਕਟਰ ਜਿਹੜੇ ਹੈਗੇ ਜਦੋਂ ਇਹ ਇਕੱਠੇ ਹੋ ਜਾਂਦੇ ਨੇ, ਜਿੱਦਾਂ ਆਪਾਂ ਗੱਲ ਕੀਤੀ, ਤਾਂ ਇਹ ਜਿਹੜੀ ਬਿਮਾਰੀਆਂ ਅੱਜ ਕੱਲ ਦੇ ਸਮਾਜ ਦੇ ਵਿੱਚ ਆਪਾਂ ਗੱਲ ਕਰੀਏ ਤੇ ਅੱਜ ਕੱਲ ਜਿਹੜਾ ਸਾਡਾ ਡਾਈਟ ਹੈ ਉਹ ਹਾਈ ਫਾਈਬਰ ਡਾਈਟ ਤੋਂ ਜਿਹੜਾ ਹੈਗਾ ਹਾਈ ਫੈਟ ਹਾਈ ਸ਼ੂਗਰ ਹਾਈ ਸਾਲਟ ਜਿਹੜਾ ਡਾਈਟ ਹੈ ਉਹਦੇ ਵੱਲ ਜਾ ਰਹੇ ਹਾਂ ਅਸੀਂ ਲੋਕ ਜਿਹੜੇ ਡਿੱਬਾਬੰਦ ਭੋਜਨ ਹੈ ਨਾ ਉਹਦਾ ਸੇਵਨ ਕਰ ਰਹੇ ਹਾਂ। ਜਿੱਦਾਂ ਆਪਾਂ ਅਰਬਨਾਈਜੇਸ਼ਨ ਦੀ ਗੱਲ ਕੀਤੀ ਤਾਂ ਸਾਡੇ ਘਰਾਂ 'ਚ ਜਿਹੜਾ ਹੈਗਾ ਸ਼ਹਿਰੀਕਰਨ ਨਾਲ ਜਿਹੜਾ ਹੈਗਾ ਸਾਡੀ ਇਹ ਦੇਖਿਆ ਗਿਆ ਕਿ ਸ਼ਹਿਰੀਕਰਨ ਨਾਲ ਫਿਜ਼ੀਕਲ ਐਕਟੀਵਿਟੀ ਬਹੁਤ ਘਟ ਜਾਂਦੀ ਹੈ, ਇਨਵਾਇਰਨਮੈਂਟ ਜਿਹੜੇ ਪੋਲਿਊਸ਼ਨ ਜਿਹੜਾ ਹੈਗਾ ਪ੍ਰਦੂਸ਼ਣ ਹੈ ਉਹ ਜ਼ਿਆਦਾ ਹੁੰਦਾ ਹੈ ਤੇ ਮੈਂਟਲ ਸਟ੍ਰੈਸ ਜ਼ਿਆਦਾ ਹੁੰਦਾ ਹੈ, ਤਾਂ ਉਹਦੇ ਕਰਕੇ ਜਿਹੜਾ ਹੈਗਾ ਕਿਉਂਕਿ ਇਸ ਤਰ੍ਹਾਂ ਦੇ ਫੈਕਟਰ ਅੱਜ ਕੱਲ੍ਹ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜ਼ਿਆਦਾ ਆ ਗਏ ਆ। ਵਿਸ਼ਵੀਕਰਨ ਨਾਲ ਜਿਹੜੇ ਡਿੱਬਾਬੰਦ ਭੋਜਨ ਹੈ ਉਹ ਖਾਸ ਤੌਰ ਤੇ ਜਿਹੜੀ ਫੂਡ ਇੰਡਸਟਰੀ ਹੈ ਉਹਨਾਂ ਨੇ ਟੇਸਟ ਇਦਾਂ ਦਾ ਬਣਾਇਆ ਹੁੰਦਾ ਕਿ ਉਹ ਬੱਚਿਆਂ ਨੂੰ ਜਿਹੜੇ ਹੈਗੇ ਬੜੇ ਵਧੀਆ ਲੱਗਦੇ ਨੇ, ਤਾਂ ਬੱਚਿਆਂ ਨੂੰ ਮੇਨ ਟਾਰਗੇਟ ਕਰਦੇ ਆ ਉਹ। ਤਾਂ ਜਿਹੜੀ ਚਾਈਲਡਹੁੱਡ ਓਬੇਸਿਟੀ ਹੈ ਨਾ, ਬਚਪਨ ਦੇ ਵਿੱਚ ਜਿਹੜਾ ਮੋਟਾਪਾ ਉਹ ਵੀ ਇੱਕ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ। ਤਾਂ ਇਹ ਸਾਰੇ ਕਾਰਨ ਮਿਲ ਕੇ ਹੀ ਜਿਹੜੇ ਹੈਗੇ ਹਾਰਟ ਡਿਜ਼ੀਜ਼ ਦਾ, ਬਲੱਡ ਪ੍ਰੈਸ਼ਰ ਦਾ, ਸ਼ੂਗਰ ਦਾ, ਸਟ੍ਰੋਕ ਦਾ, ਇਹਨਾਂ ਦਾ ਕਾਰਨ ਬਣਦੇ ਨੇ। ਤੇ ਡਾਕਟਰ ਸਾਹਿਬ ਇਹ ਤਾਂ ਕਾਰਨ ਦੀ ਅਸੀਂ ਲਗਾਤਾਰ ਗੱਲ ਕਰ ਰਹੇ, ਜੇ ਨਿਵਾਰਨ ਦੀ ਗੱਲ ਕਰੀਏ ਤੇ ਕੀ ਹੱਲ ਨਿਕਲ ਸਕਦੇ ਨੇ ਤਾਂ ਕਿ ਇਹਨਾਂ ਪ੍ਰੋਬਲਮਸ ਤੋਂ ਬਚਿਆ ਜਾ ਸਕੇ, ਅੱਗੇ ਜਾ ਕੇ ਇੱਕ ਵਿਕਰਾਲ ਰੂਪ ਧਾਰਨ ਨਾ ਕਰਨ? ਇਹ ਪਹਿਲੇ ਹੀ ਵਿਕਰਾਲ ਰੂਪ ਜਿਹੜਾ ਹੈਗਾ ਉਹ ਧਾਰਨ ਕਰ ਚੁੱਕੇ ਹਾਂ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਇਹ ਭਾਰਤੀ ਖਿੱਤਾ ਹੈ, ਵਿਸ਼ੇਸ਼ ਤੌਰ ਤੇ ਭਾਰਤ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਥਾਈਲੈਂਡ ਵਗੈਰਾ ਸਾਰਾ ਮਿਲਾ ਕੇ ਜਿਹੜਾ ਸਾਊਥ ਈਸਟ ਏਸ਼ੀਅਨ ਰੀਜਨ ਹੈਗਾ, ਇਹਦੇ ਵਿੱਚ ਜਿਹੜੀ 54% ਜਿਹੜੀ ਡੈਥਸ ਹੈ, ਤਕਰੀਬਨ 14.5 ਮਿਲੀਅਨ ਡੈਥ ਹੈ, ਤਾਂ 7.9 ਮਿਲੀਅਨ ਜਿਹੜੀ ਡੈਥਸ ਹੈ, ਮੌਤਾਂ ਹੈ, ਉਹ ਜਿਹੜੀ ਹੈਗੀ ਇਹਨਾਂ ਨਾਨ ਕਮਿਊਨੀਕੇਬਲ ਗੈਰ ਸੰਚਾਰੀ ਰੋਗਾਂ ਕਰਕੇ ਹੁੰਦੀਆਂ ਨੇ। ਤਾਂ ਪਹਿਲੇ ਹੀ ਨਾ ਇੱਕ ਵਿਕਰਾਲ ਰੂਪ ਜਿਹੜੀ ਬਾਕੀ ਮੌਤਾਂ ਦੀ ਦਰ ਹੈ ਔਰ ਇਹਨਾਂ ਦੀ ਮੌਤਾਂ ਦੀ ਦਰ, ਤਾਂ ਇਹਨਾਂ ਦੀ ਜਿਹੜੀ ਹੈਗੀ ਉਹ ਜਿਹੜਾ ਕਮਿਊਨੀਕੇਬਲ ਡਿਜ਼ੀਜ਼ ਹੋ ਗਈ, ਮੈਟਰਨਲ ਡੈਥਸ ਹੋ ਗਈ, ਮਾਤਰਤ ਜਿਹੜੀ ਡੈਥ ਹੋ ਗਈ ਆ, ਮਾਲ ਨਿਊਟ੍ਰੀਸ਼ਨ ਹੋ ਗਿਆ ਹੈ ਨਾ, ਕੁਪੋਸ਼ਣ ਹੋ ਗਿਆ, ਉਹਦੇ ਕਰਕੇ ਜਿਹੜੀ ਡੈਥ ਹੋ ਜਾਂਦੀ ਨੇ, ਤਾਂ ਉਹਨਾਂ ਨਾਲੋਂ ਪਹਿਲੇ ਹੀ ਜਿਹੜੀ ਹੈਗੀ ਉਹ ਵੱਧ ਚੁੱਕੀਆਂ ਨੇ। ਤਾਂ ਇਹਦਾ ਨਿਵਾਰਨ ਜਿਹੜਾ ਹੈਗਾ ਉਹ ਸਾਨੂੰ
ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਰਹਿ ਕੇ ਜਿਹੜਾ ਹੈਗਾ ਇਕੱਠੀ ਆ ਇੱਕ ਕੰਪੋਨੈਂਟ ਦੇ ਤੌਰ ਤੇ ਇਹਨਾਂ ਨੂੰ ਦੇਖਣਾ ਪਏਗਾ, ਬਚਾਏ ਕਿ ਆਪਾਂ ਬਲੱਡ ਪ੍ਰੈਸ਼ਰ ਦਾ ਇਲਾਜ ਕਰੀਏ, ਸ਼ੂਗਰ ਦਾ ਇਲਾਜ ਕਰੀਏ, ਮੋਟਾਪੇ ਦਾ ਇਲਾਜ ਕਰੀਏ, ਕੈਂਸਰ ਦਾ ਇਲਾਜ ਕਰੀਏ, ਹੈ ਨਾ, ਰੈਸਪੀਰੇਟਰੀ ਜਿਹੜੀ ਸਾਹ ਦੀ ਬਿਮਾਰੀਆਂ ਉਹਨਾਂ ਦਾ ਇਲਾਜ ਕਰੀਏ, ਕਿਉਂਕਿ ਇਹਨਾਂ ਦੇ ਰਿਸਕ ਫੈਕਟਰ ਜਿਹੜੇ ਹੈਗੇ ਉਹ ਇਕੱਠੇ ਨੇ। ਤਾਂ ਉਹਨਾਂ ਰਿਸਕ ਫੈਕਟਰਸ ਦੇ ਉੱਪਰ ਸਾਨੂੰ ਕੰਮ ਕਰਨਾ ਪਏਗਾ ਤੇ ਉਹ ਜਿਹੜੇ ਰਿਸਕ ਫੈਕਟਰਸ ਨੇ ਉਹ ਕਾਫੀ ਸਾਰੇ ਜਿਹੜੇ ਹੈਗੇ ਉਹ ਜਿਹੜਾ ਸਿਹਤ ਮਹਿਕਮਾ ਹੈ, ਜਿਹੜਾ ਹੈਲਥ ਇਨਫਰਾਸਟ੍ਰਕਚਰ ਹੈ, ਜਿਹੜਾ ਹੈਲਥ ਸਿਸਟਮ ਹੈ ਉਹਦੇ ਨਾਲੋਂ ਬਾਹਰ ਦੇ ਨੇ ਜੀ, ਹੈ ਨਾ। ਜਿੱਦਾਂ ਆਪਾਂ ਪਾਵਰਟੀ ਦੀ ਗੱਲ ਕੀਤੀ, ਆਪਾਂ ਐਜੂਕੇਸ਼ਨ ਦੀ ਗੱਲ ਕੀਤੀ, ਅਸੀਂ ਜਿਹੜਾ ਸ਼ਹਿਰੀਕਰਨ ਦੀ ਗੱਲ ਕੀਤੀ, ਵਿਸ਼ਵੀਕਰਨ ਦੀ ਗੱਲ ਕੀਤੀ, ਅਸੀਂ ਭੋਜਨ ਦੀ ਗੱਲ ਕੀਤੀ, ਅਸੀਂ ਕਸਰਤ ਦੀ ਗੱਲ ਕੀਤੀ, ਤਾਂ ਇਹ ਸਾਰੇ ਜਿਹੜੇ ਫੈਕਟਰਸ ਇਹ ਸਿਹਤ ਸਿਸਟਮ ਹੈ ਜਿਹੜਾ ਉਹ ਤੋਂ ਉਸ ਤੋਂ ਬਾਹਰ ਨੇ, ਪਰ ਇਹਦਾ ਦਾ ਜਿਹੜਾ ਅਸਰ ਹੈ ਉਹ ਸਾਰਾ ਪੈਂਦਾ ਹੈ ਸਿਹਤ ਸਿਸਟਮ ਦੇ ਉੱਪਰ। ਤਾਂ ਸਾਨੂੰ ਜਿਹੜਾ ਹੈਗਾ ਇਹਦੇ ਵਾਸਤੇ ਜਿਹੜੇ ਬਾਕੀ ਜਿਹੜੇ ਸੈਕਟਰਸ ਹੈ, ਮਲਟੀ ਸੈਕਟਰਲ ਕੋਆਰਡੀਨੇਸ਼ਨ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬਾਕੀ ਸੈਕਟਰ ਇਹਦੇ ਨਾਲ ਜੁੜੇ ਹੋਏ, ਐਜੂਕੇਸ਼ਨ ਸੈਕਟਰ ਜਿੱਦਾਂ ਜੁੜਿਆ ਹੋਇਆ ਤਾਂ ਉਹਨੂੰ ਜਿਹੜਾ ਐਕਟਿਵ ਕਰਨਾ ਪਏਗਾ, ਜਿਹੜਾ ਸਾਡਾ ਲੋਕਲ ਬਾਡੀਜ਼ ਹੈ ਉਹਨਾਂ ਨੂੰ ਸਾਨੂੰ ਐਕਟਿਵ ਕਰਨਾ ਪੜੇਗਾ, ਜਿਹੜਾ ਸਾਡਾ ਰੈਵਨਿਊ ਡਿਪਾਰਟਮੈਂਟ ਹੈ ਉਹਨੂੰ ਸਾਨੂੰ ਐਕਟਿਵ ਕਰਨਾ ਪਏਗਾ, ਜਿਹੜਾ ਸਾਡਾ ਜਿਹੜੀ ਸਾਡੀ ਮੋਨੀਟਰਿੰਗ ਹੈਗੀ ਹੈ ਉਹਨੂੰ ਸਾਨੂੰ ਐਕਟਿਵ ਕਰਨਾ ਪਏਗਾ, ਤੇ ਜਿਹੜੇ ਸਾਡਾ ਸਮਾਜ ਹੈ ਉਹਦੇ ਵਿੱਚ ਜਿੱਦਾਂ ਸਾਡੇ ਧਰਮ ਗੁਰੂ ਹੈ ਜਾਂ ਸਾਡੀ ਸਰਕਾਰ ਹੈ ਜਾਂ ਸਾਡਾ ਮੀਡੀਆ ਹੈ ਜਾਂ ਸਮਾਜ ਆਪ ਹੈ, ਤਾਂ ਸਾਰਿਆਂ ਨੂੰ ਜਿਹੜਾ ਹੈਗਾ ਇਹਨੂੰ ਮਿਲ ਕੇ ਕੰਮ ਕਰਨਾ ਪਏਗਾ। ਜਿੱਦਾਂ ਅਸੀਂ ਗੱਲ ਕੀਤੀ ਸਰਕਾਰ ਦੀ, ਤਾਂ ਸਰਕਾਰ ਨੂੰ ਜਿਹੜਾ ਨਾਨ ਕਮਿਊਨੀਕੇਬਲ ਜਿਹੜੀ ਗੈਰ ਸੰਚਾਰੀ ਡਿਜ਼ੀਜ਼ ਹੈ ਉਹਨੂੰ ਆਪਣੇ ਜਿਹੜੀ ਪਾਲਿਸੀ ਉਹਦੇ ਵਿੱਚ ਲੈ ਕੇ ਆਉਣਾ ਪਏਗਾ। ਉਹਦੇ ਵਾਸਤੇ ਜਿਹੜਾ ਸਾਡਾ ਪ੍ਰਾਇਮਰੀ ਹੈਲਥ ਕੇਅਰ ਸਿਸਟਮ ਹੈ ਉੱਥੇ ਜਿਹੜੇ ਡਾਕਟਰਸ ਕੰਮ ਕਰਦੇ ਆ ਉਹਨਾਂ ਨੂੰ ਅਵੇਅਰ ਕਰਨਾ ਪਏਗਾ ਉਹਦੇ ਬਾਰੇ। ਇਸ ਤੋਂ ਇਲਾਵਾ ਇਹ ਦੇਖਿਆ ਜਾਂਦਾ ਹੈ ਕਿ ਸਾਡਾ ਜਿਹੜਾ ਜ਼ਿਆਦਾਤਰ ਜਿਹੜੇ ਸਾਡੇ ਡਾਕਟਰਸ ਨੇ ਜਾਂ ਸਾਡਾ ਜਿਹੜਾ ਹੈਲਥ ਵਰਕਰ ਹੈ ਉਹਨੂੰ ਆਪਾਂ ਲੈ ਲਈਏ ਤਾਂ ਉਹ ਸ਼ਹਿਰੀ ਖੇਤਰਾਂ ਜ਼ਿਆਦਾ ਕੰਸੈਂਟਰੇਟ ਹੈਗੇ, ਉਧਰ ਵੱਲ ਉਹਨਾਂ ਦੀ ਡੈਂਸਿਟੀ ਜਿਹੜੀ ਹੈ, ਘਣਤਾ ਜਿਹੜੀ ਉਧਰ ਜ਼ਿਆਦਾ, ਪੇਂਡੂ ਖੇਤਰਾਂ ਵੱਲ ਘੱਟ ਹੈ, ਤਾਂ ਉਹ ਇੱਕ ਇਕੁਇਟੇਬਲ ਬਰਾਬਰ ਜਿਹੜਾ ਹੈਗਾ ਉਸ ਚੀਜ਼ ਨੂੰ ਕਰਨਾ ਪਏਗਾ। ਤਾਂ ਇਸ ਤੋਂ ਇਲਾਵਾ ਜਿਹੜੇ ਸਾਡੇ ਜਿੱਦਾਂ ਆਪਾਂ ਗੱਲ ਕੀਤੀ ਕਿ ਧਾਰਮਿਕ ਗੁਰੂਆਂ ਦੀ ਜਾਂ ਸਾਡੀ NGOs ਜਿਹੜੀ ਹੈਗੀਆਂ, ਕਿਉਂਕਿ ਲੋਕਾਂ 'ਚ ਉਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ, ਲੋਕ ਉਹਨਾਂ ਦੀ ਗੱਲ ਸੁਣਦੇ ਆ, ਤਾਂ ਅਜਿਹੇ ਲੋਕ ਜਿਨ੍ਹਾਂ ਦੀ ਲੋਕ ਗੱਲ ਸੁਣਦੇ ਆ ਉਹਨਾਂ ਲੋਕਾਂ ਨੂੰ ਵਿੱਚ ਸ਼ਾਮਿਲ ਕਰਨਾ ਪਏਗਾ ਕਿ ਉਹ ਉਹਨਾਂ ਨੂੰ ਅਵੇਅਰ ਕਰਕੇ ਪਹਿਲਾਂ ਤੇ ਉਹ ਲੋਕਾਂ ਨੂੰ ਅਵੇਅਰ ਕਰਨ ਕਿ ਇਸ ਤਰ੍ਹਾਂ ਦਾ ਖਾਣ ਪੀਣ ਨਹੀਂ, ਇਸ ਤਰ੍ਹਾਂ ਦਾ ਰਹਿਣ ਸਹਿਣ ਨਹੀਂ ਰੱਖਣਾ ਚਾਹੀਦਾ, ਸ਼ਰਾਬ ਨਹੀਂ ਪੀਣੀ, ਤੰਬਾਕੂ ਨਹੀਂ ਖਾਣਾ, ਕਸਰਤ ਕਰਨੀ ਹੈ। ਤਾਂ ਇਸ ਤੋਂ ਇਲਾਵਾ ਜਿਹੜਾ ਸਾਡਾ ਸਿਹਤ ਮਹਿਕਮਾ ਉਹ ਤਾਂ ਆਪਣਾ ਕੰਮ ਕਰੇਗਾ ਹੀ ਕਰੇਗਾ ਜੋ ਉਹਨੇ ਕਰਨਾ ਹੈ। ਤਾਂ ਮੀਡੀਆ ਜਿਹੜਾ ਹੈਗਾ ਜਿਸ ਤਰ੍ਹਾਂ ਅੱਜ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤਾਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ, ਹੈ ਨਾ, ਇਸ ਤਰ੍ਹਾਂ ਦੇ ਜਿਹੜੇ ਸੈਸ਼ਨ ਹੈ ਲੋਕਾਂ ਨੂੰ ਅਵੇਅਰ ਕਰਨਾ ਇਹਦੇ ਬਾਰੇ, ਤੇ ਸਰਕਾਰ ਨੂੰ ਵੀ ਉਹਦੇ ਬਾਰੇ ਸੁਚੇਤ ਕਰਨਾ, ਹੈ ਨਾ, ਆਵਾਜ਼ ਉਠਾ ਕੇ ਕਿ ਸਰਕਾਰ ਇਹਨਾਂ ਪੱਖਾਂ ਤੇ ਕੰਮ ਕਰ ਰਹੀ ਹੈ, ਨਹੀਂ ਕਰ ਰਹੀ ਹੈ। ਜੇ ਨਹੀਂ ਕਰ ਰਹੀ ਹੈ ਤਾਂ ਤੁਸੀਂ ਸਰਕਾਰ ਨੂੰ ਜਿਹੜਾ ਮੀਡੀਆ ਹੈਗਾ ਉਹ ਦੱਸੇ ਕਿ ਇਹ ਜਿਹੜੀ ਬਿਮਾਰੀਆਂ ਇੰਨੀਆਂ ਫੈਲ ਰਹੀਆਂ, ਦੂਜੇ ਪਾਸੇ ਲੋਕਾਂ ਨੂੰ ਦੱਸੇ ਕਿ ਸਰਕਾਰ ਜਿਹੜੀ ਹੈਗੀ ਉਹਨੂੰ ਇਸ ਚੀਜ਼ ਤੇ ਕੰਮ ਕਰਨਾ ਜ਼ਰੂਰੀ ਹੈ ਤੁਹਾਡੇ ਲੋਕਾਂ ਦੀ ਭਲਾਈ ਵਾਸਤੇ। ਤਾਂ ਇਹਦੇ ਵਾਸਤੇ ਮਤਲਬ ਬਹੁਤ ਸਾਰੇ ਫੈਕਟਰਸ ਹੈਗੇ, ਬਹੁਤ ਸਾਰਾ ਆਪਣਾ ਜਿਹੜਾ ਹੈਗਾ ਹੰਭਲਾ ਮਾਰਨ ਦੀ ਲੋੜ ਹੈ ਸਾਰਿਆਂ ਨੂੰ ਮਿਲ ਕੇ। ਜੀ, ਆਪਣੀ ਗੱਲਬਾਤ ਡਾਕਟਰ ਸਾਹਿਬ ਇਸ ਤਰ੍ਹਾਂ ਕਰਦੇ ਰਵਾਂਗੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਆਓ ਦੇਖਦੇ ਤੇ ਸੁਣਦੇ ਆ ਇਹ ਗੀਤ। ਸੁਖਦਾਨੀ ਸਾਹ ਵਿੱਚ ਰਹਿਣਾ ਵੀ ਜਾਵਾ ਧੂਆਂ ਤਾਰ ਹੋ ਗਿਆ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਰੱਬ ਦਾ ਹੀ ਰੂਪ ਜਿਹੜਾ ਰੁੱਖਾਂ ਤਾਈਂ ਪਾਲਦਾ, ਖੱਟਦਾ ਏ ਪੁੰਨ ਵਾਤਾਵਰਨ ਸੰਭਾਲਦਾ, ਰੱਬ ਦਾ ਹੀ ਰੂਪ ਜਿਹੜਾ ਰੁੱਖਾਂ ਤਾਈਂ ਪਾਲਦਾ, ਖੱਟਦਾ ਏ ਪੁੰਨ ਵਾਤਾਵਰਨ ਸੰਭਾਲਦਾ, ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ, ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ, ਰੁੱਤਾਂ ਹੀ ਖੁਆਰ ਹੋ ਗਈਆਂ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਦੀਆਂ ਸ਼ਾਖਾਂ ਤੇ ਬਿਆਨ ਵਾਲੇ ਆਲਣੇ, ਪਲ ਜਦੋਂ ਪੰਛੀਆਂ ਤੋਂ ਸੁੱਖ ਬੜੇ ਮਾਨਣੇ, ਸੋਚਾਂ ਦੀਆਂ ਸ਼ਾਖਾਂ ਤੇ ਗਿਆਨ ਵਾਲੇ ਆਲਣੇ,
ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਗੈਰ ਸੰਚਾਰੀ ਰੋਗ ਬਾਰੇ ਤੇ ਡਾਕਟਰ ਰਾਜੀਵ ਮਹਿਤਾ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ ਤੇ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਗੱਲ ਹੁਣ ਇਹ ਕਰਾਂਗੇ ਕਿ ਐਜੂਕੇਸ਼ਨ ਤੇ ਗੱਲ ਕਰੀਏ ਜਾਂ ਗਰੀਬੀ ਦੀ ਗੱਲ ਕਰੀਏ, ਇਹ ਜਿਹੜੇ ਫੈਕਟਰਸ ਨੇ ਇਹ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਨੇ? ਅਸੀਂ ਵਿਸ਼ੇਸ਼ ਤੌਰ ਤੇ ਜਿਹੜੇ ਆਪਾਂ 4 ਫੈਕਟਰ ਦੀ ਗੱਲ ਕੀਤੀ ਸੀ, ਐਜੂਕੇਸ਼ਨ ਹੋ ਗਿਆ, ਸਿੱਖਿਆ ਦਾ ਲੈਵਲ ਜਿਹੜਾ ਹੈਗਾ, ਤੇ ਜਿਹੜਾ ਇਨਕਮ ਲੈਵਲ, ਪਾਵਰਟੀ ਹੋ ਗਈ ਆ, ਜਾਂ ਸ਼ਹਿਰੀਕਰਨ ਹੋ ਗਿਆ, ਵਿਸ਼ਵੀਕਰਨ ਹੋ ਗਿਆ। ਤਾਂ ਉਹਦੇ ਵਿੱਚ ਜਿਹੜੀ ਪਾਵਰਟੀ ਹੈ ਇਹ ਦੇਖਿਆ ਗਿਆ ਹੈ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਲੋਕਾਂ 'ਚ ਜਿਹੜੇ ਇਹ ਰਿਸਕ ਫੈਕਟਰ ਜਿਹੜੀ ਆਪਾਂ ਗੱਲ ਕੀਤੀ, ਜਿਸ ਤਰ੍ਹਾਂ ਆਪਾਂ ਤੰਬਾਕੂ ਦੀ ਗੱਲ ਕੀਤੀ ਜਾਂ ਅਲਕੋਹਲ ਦੀ ਗੱਲ ਕੀਤੀ ਜਾਂ ਅਨਹੈਲਦੀ ਡਾਈਟ ਦੀ ਗੱਲ ਕੀਤੀ, ਤਾਂ ਉਹ ਜਿਹੜੇ ਫੈਕਟਰ ਨੇ ਉਹ ਜ਼ਿਆਦਾ ਪਾਏ ਗਏ ਜਿਹੜੇ ਗਰੀਬ ਲੋਕਾਂ ਦੇ ਵਿੱਚ, ਕਿਉਂਕਿ ਉਹ ਤੰਬਾਕੂ ਦਾ ਜ਼ਿਆਦਾ ਸੇਵਨ ਕਰਦੇ ਨੇ, ਇਹ ਦੇਖਿਆ ਗਿਆ, ਅਲਕੋਹਲ ਦਾ ਜ਼ਿਆਦਾ ਸੇਵਨ ਕਰਦੇ ਨੇ, ਇਹ ਦੇਖਿਆ ਗਿਆ, ਉਹਨਾਂ ਦਾ ਡਾਈਟ ਜਿਹੜਾ ਹੈਗਾ ਉਹ ਅਨਹੈਲਦੀ ਜਿਹੜਾ ਹੈਗਾ ਇਹ ਦੇਖਿਆ ਗਿਆ। ਤਾਂ ਉਹਦੇ ਕਰਕੇ ਇੱਕ ਸਾਈਕਲ ਬਣ ਜਾਂਦਾ ਹੈ ਕਿ ਉਹ ਲੋਕ ਕਿਉਂਕਿ ਇਸ ਤਰ੍ਹਾਂ ਦਾ ਸੇਵਨ ਕਰਦੇ ਨੇ, ਇਸ ਤਰ੍ਹਾਂ ਦਾ ਭੋਜਨ ਖਾਂਦੇ, ਤੇ ਉਹਨਾਂ ਨੂੰ ਜਿਹੜੀ ਨਾਨ ਕਮਿਊਨੀਕੇਬਲ ਡਿਜ਼ੀਜ਼ ਜਿਹੜੀ ਜ਼ਿਆਦਾ ਹੋਣ ਦੇ ਚਾਂਸਸ ਵੱਧ ਜਾਂਦੇ। ਜਦੋਂ ਨਾਨ ਕਮਿਊਨੀਕੇਬਲ ਡਿਜ਼ੀਜ਼ ਕਿਸੇ ਨੂੰ ਹੋ ਜਾਂਦੀ ਹੈ ਕਿਉਂਕਿ ਉਹ ਬਹੁਤ ਲੰਬੇ ਸਮੇਂ ਤੱਕ ਚੱਲਦੀ, ਉਹਦਾ ਇਲਾਜ ਜਿਹੜਾ ਹੈਗਾ ਬੜਾ ਮਹਿੰਗਾ ਹੈਗਾ, ਤਾਂ ਤਕਰੀਬਨ ਇਹ ਦੇਖਿਆ ਗਿਆ ਕਿ ਜਿਹੜੇ ਕਾਰਡੀਓਵਾਸਕੂਲਰ ਡਿਜ਼ੀਜ਼ ਜਿਹੜੀ ਹੈਗੀ ਉਹਦੇ ਨਾਲ ਜਿਹੜੇ ਲੋਕੀ ਜਿਹੜੇ ਹੈਗੇ ਆ ਉਹ 25% ਉਹਨਾਂ ਦੇ ਟੋਟਲ ਇਨਕਮ ਦਾ ਜਿਹੜਾ ਖਰਚਾ ਹੈ ਉਹਦੇ ਇਲਾਜ ਵੱਲ ਚਲਾ ਜਾਂਦਾ, ਤੇ ਜਿਹੜੇ ਹੈਗੇ 10% ਤਕਰੀਬਨ ਜਿਹੜਾ ਹੈਗਾ ਉਹਦਾ ਉਹ ਲੋਕ ਗਰੀਬੀ ਰੇਖਾ ਤੋਂ ਥੱਲੇ ਚਲੇ ਜਾਂਦੇ ਇਹਨਾਂ ਦੇ ਖਰਚਿਆਂ ਕਰਕੇ। ਤੇ ਇਸੇ ਤਰ੍ਹਾਂ ਆਪਾਂ ਗੱਲ ਕੀਤੀ ਸੀ ਕੈਂਸਰ ਦੀ। ਕੈਂਸਰ ਜੇ ਕਿਸੇ ਪਰਿਵਾਰ ਦੇ ਵਿੱਚ ਖਾਸ ਤੌਰ ਤੇ ਜੇ ਉਹ ਗਰੀਬ ਹੋਵੇ, ਪਾਵਰਟੀ ਹੋਵੇ ਜਾਂ ਆਮ ਵੀ ਹੋਵੇ, ਉਹਦੇ 'ਚ ਇਹ ਦੇਖਿਆ ਗਿਆ ਕਿ ਜਿਹੜੇ 50% ਉਹਨਾਂ ਦੀ ਟੋਟਲ ਇਨਕਮ ਦਾ ਜਿਹੜਾ ਖਰਚਾ ਹੈ ਉਹਦੇ ਇਲਾਜ ਵੱਲ ਚਲਾ ਜਾਂਦਾ, ਤੇ 20% ਜਿਹੜੇ ਲੋਕੀ ਜਿਹੜੇ ਹੈਗੇ ਉਹ ਗਰੀਬੀ ਰੇਖਾ ਤੋਂ ਥੱਲੇ ਚਲੇ ਜਾਂਦੇ ਨੇ। ਇਸ ਕਰਕੇ ਤਾਂ ਪਾਵਰਟੀ, ਗਰੀਬੀ ਔਰ ਨਾਨ ਕਮਿਊਨੀਕੇਬਿਲਿਟੀ ਇਹ ਇੱਕ ਬਹੁਤ ਡੈਡਲੀ ਕੰਬੀਨੇਸ਼ਨ ਹੈ। ਗਰੀਬ ਲੋਕ ਜਿਹੜੇ ਹੈਗੇ ਇਹਦੇ ਨਾਲ ਅਫੈਕਟ ਜ਼ਿਆਦਾ ਹੁੰਦੇ। ਦੂਜਾ ਕਰਕੇ ਫਿਰ ਜਦੋਂ ਅਨਹੈਲਦੀ ਬਿਹੇਵੀਅਰ ਕਰਦੇ ਨੇ, ਸ਼ਰਾਬ ਪੀਂਦੇ ਨੇ ਜਾਂ ਜਿਹੜਾ ਹੈਗਾ ਤੰਬਾਕੂ ਦਾ ਸੇਵਨ ਕਰਦੇ ਨੇ ਜਾਂ ਅਨਹੈਲਦੀ ਡਾਈਟ ਲੈਂਦੇ ਨੇ, ਹੈ ਨਾ, ਜਾਂ ਫਿਜ਼ੀਕਲ ਐਕਟੀਵਿਟੀ ਜਿਹੜੇ ਸਰੀਰਕ ਕਸਰਤ ਹੈ ਉਹ ਘੱਟ ਕਰਦੇ ਨੇ, ਤਾਂ ਉਹਦੇ ਕਰਕੇ ਜਿਹੜਾ ਉਹਨਾਂ ਦਾ ਖਰਚਾ ਹੈ, ਜਿਹੜਾ ਉਹਨਾਂ ਦਾ ਜਿਹੜਾ ਉਹ ਇਨਕਮ ਹੈ ਉਹ ਉਹਨਾਂ ਚੀਜ਼ਾਂ ਵੱਲ ਲਗਾ ਦਿੰਦੇ ਨੇ, ਅਨਹੈਲਦੀ ਡਾਈਟ ਲੈਣ ਦੇ ਵਿੱਚ, ਤੰਬਾਕੂ ਲੈਣ ਦੇ ਵਿੱਚ, ਅਲਕੋਹਲ ਲੈਣ ਦੇ। ਤਾਂ ਜਿਹੜਾ ਬਾਕੀ ਪਰਿਵਾਰ ਦਾ ਖਰਚਾ ਹੈ, ਜਿਹੜਾ ਬਾਕੀ ਪਰਿਵਾਰ ਤੇ ਧਿਆਨ ਰੱਖਣਾ, ਉਹਨਾਂ ਨੂੰ ਡਾਈਟ ਦੇਣਾ ਹੈ, ਉਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦੇਣਾ, ਉਹ ਘਟ ਜਾਂਦਾ ਹੈ ਨਾ। ਤਾਂ ਉਹਦੇ ਨਾਲ ਇੱਕ ਸਾਈਕਲ ਜਿਹੜਾ ਹੈਗਾ ਉਹ ਬਣ ਜਾਂਦਾ ਕਿ ਜਿਹੜੀ ਗਰੀਬੀ ਹੈ ਉਹ ਬਿਮਾਰੀਆਂ ਨੂੰ ਜਨਮ ਦਿੰਦੀ ਹੈ, ਬਿਮਾਰੀਆਂ ਕਰਕੇ ਗਰੀਬੀ ਆਉਂਦੀ ਹੈ। ਤਾਂ ਇਹ ਬਹੁਤ ਹੀ ਇੱਕ ਪ੍ਰੋਬਲਮ ਵਾਲੀ ਜਿਹੜੀ ਚੀਜ਼ ਹੈ। ਤਾਂ ਇਹਦੇ ਤੇ ਜਿਹੜਾ ਹੈਗਾ ਸਾਨੂੰ ਸਾਰਿਆਂ ਨੂੰ ਮਿਲ ਕੇ ਇਕੁਇਟੇਬਲ ਸਾਰੇ ਰਿਸੋਰਸਸ ਜਿਹੜੇ ਹੈਗੇ, ਤੇ ਜਿਹੜਾ ਸਾਨੂੰ ਲੱਗਦਾ ਹੈ ਕਿ ਇਹ ਜਿਹੜਾ ਸੋਸ਼ਲ ਜਿਹੜਾ ਸਟੇਟਾ ਹੈਗਾ, ਜਿਹੜਾ ਸਮਾਜਿਕ ਜਿਹੜਾ ਖਿੱਤਾ ਹੈਗਾ ਉਹ ਜ਼ਿਆਦਾ ਅਫੈਕਟਡ ਹੈਗਾ, ਪ੍ਰਭਾਵਿਤ ਹੈਗਾ ਇਹਨਾਂ ਚੀਜ਼ਾਂ ਨਾਲ। ਤਾਂ ਉਹਦੇ ਵੱਲ ਜਿਹੜੀ ਹੈ ਵਿਸ਼ੇਸ਼ ਜਿਹੜਾ ਹੈਗਾ ਧਿਆਨ ਉਹ ਦੇਣ ਦੀ ਲੋੜ ਹੈ ਕਿ ਆਪਾਂ ਉਸ ਨੂੰ ਸਰਕਲ ਦੇ ਵਿੱਚੋਂ, ਸਾਈਕਲ ਦੇ ਵਿੱਚੋਂ ਕੱਢੀਏ ਤੇ ਉਸ ਚੀਜ਼ ਨੂੰ ਆਪਣਾ ਠੀਕ ਕਰਕੇ ਲੈ ਕੇ ਆਈਏ। ਜੀ ਤੇ ਡਾਕਟਰ ਸਾਹਿਬ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਸਮਝਾਇਆ ਕਿ ਐਜੂਕੇਸ਼ਨ ਤੇ ਗਰੀਬੀ ਦਾ ਕਿਸ ਤਰ੍ਹਾਂ ਅਸਰ ਪੈਂਦਾ ਹੈ, ਇਸੇ ਤਰ੍ਹਾਂ ਜੇ ਸ਼ਹਿਰੀਕਰਨ ਤੇ ਵਿਸ਼ਵੀਕਰਨ ਦੀ ਗੱਲ ਕਰੀਏ ਕਿ ਇਹ ਫੈਕਟਰ ਵੀ ਪੂਰੀ ਤਰ੍ਹਾਂ ਅਸਰ ਪਾਉਂਦੇ ਨੇ? ਇਹ ਸਾਰੇ ਫੈਕਟਰ ਜਿੱਦਾਂ ਅਸੀਂ ਗੱਲ ਕੀਤੀ ਆਪਸ ਵਿੱਚ ਜੁੜੇ ਹੋਏ ਆ। ਤਾਂ ਸ਼ਹਿਰੀਕਰਨ ਜਿਹੜਾ ਹੈਗਾ ਉਹਦੇ ਵਿੱਚ ਨਾਲ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਫਿਜ਼ੀਕਲ ਐਕਟੀਵਿਟੀ ਕਰਨ ਦੀ ਜਿਹੜੀ ਟੈਂਡੈਂਸੀ ਹੈ ਉਹ ਬਹੁਤ ਘਟ ਜਾਂਦੀ ਹੈ ਲੋਕਾਂ ਨਾਲ। ਜਿਹੜਾ ਮੈਂਟਲ ਸਟ੍ਰੈਸ ਹੈ ਉਹ ਜ਼ਿਆਦਾ ਵੱਧ ਜਾਂਦਾ ਹੈ। ਜਿਹੜਾ ਪ੍ਰਦੂਸ਼ਣ ਹੈ ਜਿਹੜਾ ਸ਼ਹਿਰਾਂ ਦੇ ਵਿੱਚ, ਕਿਉਂਕਿ ਪ੍ਰਦੂਸ਼ਣ ਜਿਹੜਾ ਮੋਟਰ ਬਾਈਕ ਹੋ ਗਏ, ਫੈਕਟਰੀਜ਼ ਹੋ ਗਈ, ਇੰਡਸਟਰੀ ਹੋ ਗਈ, ਹੈ ਨਾ, ਉਹ ਜਿਹੜਾ ਪ੍ਰਦੂਸ਼ਣ ਹੈ ਉਹ ਜ਼ਿਆਦਾ ਹੁੰਦਾ। ਤਾਂ ਉਹਦੇ ਕਰਕੇ ਉਹ ਇਨਵਾਇਰਮੈਂਟਲ ਜਿਹੜੇ ਫੈਕਟਰ ਹੈ ਉਹ ਵੀ ਆਪਣਾ ਜਿਹੜਾ ਰੋਲ ਹੈ ਉਹ ਪਲੇ ਕਰਦੇ ਹੈ। ਪਰ ਇਹ ਚੀਜ਼ ਦੇਖੀ ਗਈ ਹੈ ਕਿ ਸ਼ਹਿਰੀ ਲੋਕਾਂ 'ਚ ਜਿਹੜਾ ਅਨਹੈਲਦੀ ਡਾਈਟ ਦੀ ਜਿਹੜੀ ਸਮੱਸਿਆ ਉਹ ਘੱਟ ਹੈ। ਉਹ ਫਰੂਟਸ ਜਿਹੜੇ ਹੈਗੇ, ਵੈਜੀਟੇਬਲ ਜਿਹੜੀ ਆਪਾਂ ਜਿਹੜਾ ਹੈਗਾ ਹੈਲਦੀ ਡਾਈਟ ਦੇ ਵਿੱਚ ਉਹ ਪੇਂਡੂ ਲੋਕਾਂ ਨਾਲੋਂ ਉਹ ਜ਼ਿਆਦਾ ਲੈਂਦੇ। ਤਾਂ ਇੱਕ ਫੈਕਟਰ ਜਿਹੜਾ ਹੈਗਾ ਇਹ ਬਹੁਤ ਵਧੀਆ ਹੈਗਾ ਕਿ ਰੋਲ ਪਲੇ ਕਰਦਾ। ਪਰ ਬਾਕੀ ਜਿਹੜੇ ਫੈਕਟਰਸ ਹੈ, ਜਿੱਦਾਂ ਸਾਡਾ ਗੱਲ ਕੀਤੀ ਆਪਾਂ ਇਹਨਾਂ ਦੀ ਇਨਵਾਇਰਮੈਂਟਲ ਫੈਕਟਰਸ ਦੀ ਗੱਲ ਕੀਤੀ, ਆਪਾਂ ਸ਼ਰਾਬ ਵੀ ਜ਼ਿਆਦਾ ਜਿਹੜਾ ਸ਼ਹਿਰੀ ਖੇਤਰਾਂ 'ਚ ਦੇਖਿਆ ਗਿਆ, ਤਾਂ ਉਹਦੇ ਕਰਕੇ ਜਿਹੜਾ ਹੈਗਾ ਅਰਬਨਾਈਜੇਸ਼ਨ ਜਿਹੜਾ ਹੈਗਾ, ਤੇ ਅਰਬਨਾਈਜੇਸ਼ਨ ਦੀ ਜਿਹੜੀ ਦਰ ਹੈ ਉਹ ਵੱਧ ਰਹੀ ਹੈ। ਲੋਕੀ ਸ਼ਹਿਰਾਂ ਵੱਲ ਜ਼ਿਆਦਾ ਆ ਰਹੇ ਨੇ, ਤੇ ਜਿਹੜਾ ਹੈਗਾ ਉਹ ਫੈਕਟਰ ਜਿਹੜੇ ਹੈਗੇ ਕਾਰਨ ਬਣ ਰਹੇ ਨੇ ਸਾਡੇ ਗੈਰ ਸੰਚਾਰੀ ਰੋਗਾਂ ਦਾ। ਤੇ ਇੱਕ ਜਿਹੜਾ ਸ਼ਹਿਰੀਕਰਨ ਨਾਲ ਜਿਹੜਾ ਆਮ ਇਲਾਜ ਹੈ, ਆਮ ਜਿਹੜੇ ਕਮਿਊਨੀਕੇਬਲ ਡਿਜ਼ੀਜ਼ ਹੈਗੀਆਂ ਜਾਂ ਬਾਕੀ ਜਿਹੜੇ ਰੋਗ ਹੈਗੇ, ਕੁਪੋਸ਼ਣ, ਇਲਾਜ ਜਿਹੜਾ ਹੈਗਾ ਉਹ ਸ਼ਹਿਰੀ ਲੋਕਾਂ ਨੂੰ ਜ਼ਿਆਦਾ ਮਿਲਦਾ ਹੈ। ਤਾਂ ਉਹਦੇ ਕਰਕੇ ਜਿਹੜੀ ਸਾਡੀ ਐਵਰੇਜ ਜਿਹੜੀ ਏਜ ਹੈ, ਲਾਈਫ ਐਕਸਪੈਕਟੈਂਸੀ ਜਿਹਨੂੰ ਆਪਾਂ ਕਹਿੰਦੇ ਆ, ਉਹ ਵੱਧ ਰਹੀ ਹੈ। ਤਾਂ ਜਿਹੜੇ ਨਾਨ ਕਮਿਊਨੀਕੇਬਲ ਡਿਜ਼ੀਜ਼ ਹੈ ਉਹ ਐਵਰੇਜ ਏਜ ਹੈ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹਦੇ ਨਾਲ ਵੀ ਜੁੜੇ ਹੋਏ ਨੇ, ਕਿਉਂਕਿ ਜਿੱਦਾਂ ਉਮਰ ਵੱਧਦੀ ਹੈ ਤਾਂ ਇਹਨਾਂ ਦਾ ਜਿਹੜਾ ਰਿਸਕ ਹੈ ਉਹ ਵੀ ਵੱਧਦਾ ਹੈ। ਤਾਂ ਉਹਦੇ ਕਰਕੇ ਵੀ ਜਿਹੜਾ ਹੈਗਾ ਅਰਬਨ ਖੇਤਰਾਂ ਦੇ ਵਿੱਚ, ਸ਼ਹਿਰੀ ਖੇਤਰਾਂ ਵਿੱਚ ਜਿਹੜੀ ਇਹ ਬਿਮਾਰੀਆਂ ਹੈ ਇਹ ਪੇਂਡੂ ਖੇਤਰਾਂ ਨਾਲੋਂ ਜਿਹੜੀ ਹੈਗੀ ਜ਼ਿਆਦਾ ਪਾਈਆਂ ਜਾਂਦੀਆਂ, ਖਾਸ ਤੌਰ ਤੇ ਜਿਹੜੇ ਅਰਬਨ ਪੂਰ ਹੈਗੇ, ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਵਿੱਚ ਜਿਹੜੀ ਹੈਗੀ
ਤਾਂ ਤੁਸੀਂ ਦੂਜੀ ਗੱਲ ਕੀਤੀ ਵਿਸ਼ਵੀਕਰਨ ਦੀ, ਗਲੋਬਲਾਈਜੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਸਾਰਾ ਜਿਹੜਾ ਇੱਕ ਆਪਾਂ ਵਿਸ਼ਵ ਦੀ ਗੱਲ ਕਰੀਏ ਤਾਂ ਇੱਕ ਜਿਹੜਾ ਵੈਸ਼ਵਿਕ ਪਿੰਡ ਦੀ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ, ਆਪਾਂ ਸਾਰੇ ਆਪਸ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਉਹਦੇ ਨਾਲ ਕੀ ਹੁੰਦਾ, ਜਿਹੜੀ ਕੰਪਨੀ ਜਿਹੜੀ ਖਾਸ ਤੌਰ ਤੇ ਫੂਡ ਇੰਡਸਟਰੀ ਹੈ, ਜਿਹੜੀ ਵਿਸ਼ੇਸ਼ ਤੌਰ ਤੇ ਜਿਹੜੀ ਬੱਚਿਆਂ ਨੂੰ ਟਾਰਗੇਟ ਕਰਦੀ ਹੈ, ਉਹ ਇਸ ਤਰ੍ਹਾਂ ਦੇ ਭੋਜਨ ਬਣਾਉਂਦੇ ਨੇ, ਡਿੱਬਾਬੰਦ ਭੋਜਨ ਜਿਹੜੇ ਹੈਗੇ ਜਿਨ੍ਹਾਂ 'ਚ ਸੈਚੂਰੇਟਡ ਫੈਟਸ ਜਿਹੜੇ ਹੈਗੇ, ਟਰਾਂਸ ਫੈਟ ਜਿਹੜੇ ਹੈਗੇ, ਸ਼ੂਗਰ ਜਿਹੜੀ ਹੈਗੀ, ਨਮਕ ਜਿਹੜਾ ਹੈਗਾ ਉਹ ਜ਼ਿਆਦਾ ਹੁੰਦੇ ਨੇ। ਤੇ ਅਸੀਂ ਗੱਲ ਕੀਤੀ ਕਿ ਇਹ ਜਿਹੜੀ ਚੀਜ਼ਾਂ ਹੈ ਇਹ ਵੀ ਇੱਕ ਕਾਰਨ ਨੇ ਜਿਹੜਾ ਨਾਨ ਕਮਿਊਨੀਕੇਬਲ ਡਿਜ਼ੀਜ਼ ਦਾ ਕਾਰਨ ਬਣਦੇ ਨੇ। ਜਦੋਂ ਆਪਾਂ ਇਹ ਆਪਾਂ ਅੱਜ ਦੀ ਗੱਲ ਕਰ ਰਹੇ ਹਾਂ ਜਾਂ ਪਿਛਲੇ 10-15 ਸਾਲਾਂ ਦੀ 20 ਸਾਲਾਂ ਦੀ ਸਟੱਡੀਜ਼ ਦੀ ਗੱਲ ਕਰ ਰਹੇ ਹਾਂ ਤੇ ਉਹਦੇ ਕਰਕੇ ਜਿਹੜੀ ਹੈਗੀ ਇਹ ਜਿਹੜੇ ਰੋਗ ਹੈ ਇਹ ਜ਼ਿਆਦਾ ਫੈਲਦੇ ਆ। ਪਰ ਜੇ ਆਪਾਂ ਪੁਰਾਣੇ ਸਮੇਂ 'ਚ ਵੀ ਗੱਲ ਕਰੀਏ, ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਕਿ ਆਯੁਰਵੇਦ ਦੇ ਵਿੱਚ ਇਹ ਲਿਖਿਆ ਹੈ ਕਿ ਅਵਿਆਯਾਮ ਦਿਵਾ ਸਵਪਨਾਤ ਔਰ ਮੇਧਾਨਾ ਚਾਤੀ ਸੇਵਨਾਤ, ਹੈ ਨਾ, ਮੇਦੋ ਵਾਹਿਨੀ ਸਰੋਤਾਂਸੀ ਦੁਸ਼ੰਤੀ ਵਾਰੁਣਾ ਚਾਤੀ ਬਖਸ਼ਨਾਤ। ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਤੁਸੀਂ ਜਦੋਂ ਕਸਰਤ ਨਹੀਂ ਕਰਦੇ ਹੋ, ਹੈ ਨਾ, ਜਦੋਂ ਜਿਹੜਾ ਤੁਸੀਂ ਹੈਗਾ ਜਿਹੜਾ ਦਾਰੂ ਦਾ ਸੇਵਨ ਕਰਦੇ ਹੋ, ਜਦੋਂ ਜਿਹੜਾ ਤੁਸੀਂ ਹੈਗਾ ਦਿਨ ਦੇ ਵਿੱਚ ਸੌਂਦੇ ਹੋ ਜਾਂ ਤੁਸੀਂ ਜਿਹੜਾ ਹੈਗਾ ਇਦਾਂ ਦੇ ਭੋਜਨ ਖਾਂਦੇ ਹੋ ਜਿੱਦਾਂ ਟਰਾਂਸ ਫੈਟ ਦੀ ਆਪਾਂ ਗੱਲ ਕੀਤੀ, ਜਿਹੜੇ ਮੇਦ ਵਧਾਉਂਦੇ ਆ, ਕਿਉਂਕਿ ਇਹ ਸਾਰੇ ਜਿਹੜੇ ਆਪਾਂ ਇੱਕ ਮੈਟਾਬੋਲਿਕ ਸਿੰਡਰੋਮ ਵੀ ਕਹਿ ਸਕਦੇ ਹਾਂ ਜਿਹਦੇ ਵਿੱਚ 4-5 ਬਿਮਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ, ਸ਼ੂਗਰ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਕੋਲੇਸਟ੍ਰੋਲ ਵੱਧ ਗਿਆ, ਲਿਪਿਡਸ ਵੱਧ ਗਏ। ਤਾਂ ਇਹ ਮੇਦੋਵਾਹੀ ਜਿਹੜੇ ਸਰੋਤਸ ਹੈ ਉਹਨਾਂ ਦੀ ਜਿਹੜੀ ਦੁਸ਼ਟੀ ਹੈ, ਜਿਹੜੇ ਸਾਡੇ ਚੈਨਲਸ ਹੈਗੇ ਜਿਹੜੇ ਮੇਦ ਦੇ, ਉਹਨਾਂ ਦੀ ਦੁਸ਼ਟੀ ਇੱਕ ਤਰ੍ਹਾਂ ਨਾਲ। ਤਾਂ ਮਤਲਬ ਹਜ਼ਾਰਾਂ ਸਾਲ ਪਹਿਲਾਂ ਵੀ ਜਿਹੜਾ ਹੈਗਾ ਸਾਡੇ ਮਹਾਰਿਸ਼ੀ ਨੇ ਗੱਲ ਕੀਤੀ ਸੀ ਕਿ ਇਹ ਜਿਹੜੀ ਚੀਜ਼ਾਂ ਹੈ ਇਹ ਗੈਰ ਸੰਚਾਰੀ ਰੋਗਾਂ ਦਾ ਜਿਹੜੇ ਨੇ ਕਾਰਨ ਬਣਦੇ ਨੇ। ਤੇ ਪਿਛਲੀ 20 ਸਾਲਾਂ ਦੇ ਵਿੱਚ 25 ਸਾਲਾਂ ਜਿਹੜੀ ਸਟੱਡੀਜ਼ ਹੋਈ ਉਹ ਵੀ ਇਹ ਕਹਿੰਦੀਆਂ ਨੇ ਕਿ ਇਹ ਜਿਹੜੇ ਕਾਰਨ ਹੈ ਉਹਦਾ, ਇਹ ਜਿਹੜੇ ਰਿਸਕ ਫੈਕਟਰ ਹੈ ਉਹ ਇਹਨਾਂ ਜਿਹੜੀ ਬਿਮਾਰੀਆਂ ਦਾ ਕਾਰਨ ਬਣਦੇ ਨੇ। ਤਾਂ ਇਹ ਜਿਹੜਾ ਵਿਸ਼ਵੀਕਰਨ ਹੈ, ਸ਼ਹਿਰੀਕਰਨ ਹੈ, ਤਾਂ ਇਹਨਾਂ ਵਿੱਚ ਇਹ ਜਿਹੜੇ ਕਾਰਨ ਹੈ ਉਹ ਜ਼ਿਆਦਾ ਵੱਧ ਜਾਂਦੇ ਨੇ ਤੇ ਉਹਦੇ ਕਰਕੇ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਹੋਣ ਦੇ, ਡਾਇਬੀਟੀਜ਼ ਹੋਣ ਦੇ, ਕਾਰਡੀਓਵਾਸਕੂਲਰ ਡਿਜ਼ੀਜ਼ ਹੋਣ ਦੇ, ਸਟ੍ਰੋਕ ਹੋਣ ਦੇ, ਕੈਂਸਰ ਹੋਣ ਦੇ ਜਾਂ ਜਿਹੜਾ ਸਾਡਾ COPD ਜਾਂ ਅਸਥਮਾ ਹੋਣ ਦੇ ਜਿਹੜੇ ਹੈਗੇ ਉਹ ਚਾਂਸਸ ਹੈ ਉਹ ਲੋਕਾਂ 'ਚ ਵੱਧ ਰਹੇ ਨੇ। ਜੀ, ਤੇ ਡਾਕਟਰ ਸਾਹਿਬ ਇਸੇ ਵੱਲ ਮੈਂ ਹੁਣ ਆ ਰਹੀ ਸੀ, ਤੁਸੀਂ ਅਸਥਮਾ ਦੀ ਗੱਲ ਕੀਤੀ ਤੇ ਸਾਹ ਨਾਲ ਸੰਬੰਧਿਤ ਜੇ ਬਿਮਾਰੀਆਂ ਦੀ ਗੱਲ ਕਰੀਏ ਤੇ ਸਾਹ ਨਾਲ ਸੰਬੰਧਿਤ ਜਿਹੜੀ ਬਿਮਾਰੀਆਂ ਕੀ ਉਹ ਸਾਰੀਆਂ ਹੀ ਬਿਮਾਰੀਆਂ ਜਿਹੜੀਆਂ ਉਹ ਨਾਨ ਕਮਿਊਨੀਕੇਬਲ ਹੈ? ਨਹੀਂ, ਸਾਰੀਆਂ ਬਿਮਾਰੀਆਂ ਨਾਨ ਕਮਿਊਨੀਕੇਬਲ ਨਹੀਂ ਹੈਗੀ। ਇਹਦੇ ਵਿਸ਼ੇਸ਼ ਵਿਸ਼ੇਸ਼ਤ ਜਿਹੜੀ COPD ਜਿਹਨੂੰ ਆਪਾਂ ਕਹਿੰਦੇ ਆ, ਜਿਹਦੇ ਵਿੱਚ ਜਿਹੜਾ ਹੈਗਾ ਉਹ ਮੇਨ ਜਿਹੜਾ ਕਾਰਨ ਹੈ ਉਹ ਤਕਰੀਬਨ ਮਤਲਬ ਧੂਆਂ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ, ਹੈ ਨਾ, ਉਹ ਭਾਵੇਂ ਤੁਸੀਂ ਸਮੋਕਿੰਗ ਕਰਦੇ ਹੋ, ਐਕਟਿਵ ਸਮੋਕਿੰਗ ਕਰਦੇ ਹੋ, ਪੈਸਿਵ ਸਮੋਕਿੰਗ ਕਰਦੇ ਹੋ ਜਾਂ ਤੁਹਾਡਾ ਜਿਹੜਾ ਹੈਗਾ ਜਿਹੜਾ ਇੰਧਨ ਤੁਸੀਂ ਇਸਤੇਮਾਲ ਕਰਦੇ ਹੋ ਉਹ ਧੂਆਂ ਪੈਦਾ ਕਰਦਾ ਹੈ, ਤਾਂ ਉਹ ਜਿਹੜਾ ਹੈਗਾ ਮੁੱਖ ਕਾਰਨ ਬਣਦਾ ਇਹਦੇ 'ਚ COPD ਹੋਣ 'ਚ। ਇਸ ਤਰ੍ਹਾਂ ਅਸਥਮਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਤਕਰੀਬਨ ਜਿਹੜੀ ਟੋਟਲ ਡੈਥਸ ਹੈ ਰੈਸਪੀਰੇਟਰੀ ਡਿਜ਼ੀਜ਼ ਕਰਕੇ ਉਹਦੇ 'ਚ 8% ਜਿਹੜੀ ਹੈਗੀ 7.6% ਮੇਰੇ ਖਿਆਲ ਨਾਲ ਉਹ ਜਿਹੜੀ ਡੈਥਸ ਹੈ ਉਹ ਅਸਥਮਾ ਕਰਕੇ ਹੁੰਦੀਆਂ ਨੇ। ਤਾਂ ਇਹ ਦੋਨੇ ਹੀ ਵਿਸ਼ੇਸ਼ ਤੌਰ ਤੇ ਜਿਹੜੇ ਹੈਗੇ ਗੈਰ ਸੰਚਾਰੀ ਰੋਗਾਂ ਦਾ ਮੁੱਖ ਜਿਹੜਾ ਰੈਸਪੀਰੇਟਰੀ ਡਿਜ਼ੀਜ਼ ਜਿਹੜੀ ਹੈ ਉਹਦਾ ਮੁੱਖ ਚੰਕ ਜਿਹੜਾ ਹੈਗਾ ਉਹ ਇਹ ਦੋਨੇ ਜਿਹੜੇ ਹੈਗੇ COPD ਤੇ ਅਸਥਮਾ। ਜੀ, ਤੇ ਇਸ ਡਾਕਟਰ ਸਾਹਿਬ ਸਾਰੀਆਂ ਬਿਮਾਰੀਆਂ ਨਾ ਹੋਣ ਜਾਂ ਘੱਟ ਹੋਣ ਜਾਂ ਇਹਦਾ ਨਿਵਾਰਨ ਸਾਨੂੰ ਛੇਤੀ ਮਿਲ ਜਾਣ, ਇਹਦੇ ਲਈ ਕੀ ਕੀਤਾ ਜਾ ਸਕਦਾ? ਸਾਹ ਦੀ ਜਿਹੜੀ ਬਿਮਾਰੀਆਂ ਉਹਦੇ ਵਾਸਤੇ ਜਿਹੜੇ ਆਪਾਂ ਰਿਸਕ ਫੈਕਟਰ ਜਿਹੜੇ ਮੇਨ ਇਹਦੇ ਚ ਰੋਲ ਪਲੇ ਕਰਦੇ ਨੇ ਉਹ ਹੈਗਾ ਤੰਬਾਕੂ ਜਿਹੜਾ ਹੈਗਾ ਜੀ, ਤੇ ਦੂਜਾ ਜਿਹੜਾ ਹੈਗਾ ਕਿ ਜਿਹੜਾ ਘਰਾਂ ਵਿੱਚ ਬਾਲਣ ਵਾਲਾ ਜਿਹੜਾ ਧੂਆਂ ਜਿਹੜਾ ਇਸ ਤਰ੍ਹਾਂ, ਤੀਜਾ ਜਿਹੜਾ ਹੈਗਾ ਕਿ ਜਿਹੜਾ ਸਾਡਾ এনवायरमेंट ਹੈਗਾ ਉਹਦਾ ਜਿਹੜਾ ਪੋਲੂਸ਼ਨ ਹੈਗਾ, ਹੈ ਨਾ, ਤੇ ਚੌਥਾ ਅਸਥਮਾ ਦੀ ਜੇ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਸੀਜ਼ਨਲ ਜਿਹੜੇ ਹੈਗੇ ਬਦਲਾਅ ਆਉਂਦੇ ਨੇ ਉਹਦੇ ਵਿੱਚ ਇਹ ਸਮੱਸਿਆ ਜਿਹੜੀ ਹੈ ਉਹ ਵੱਧ ਜਾਂਦੀ ਹੈ। ਤਾਂ ਇਹ ਸਾਰੇ ਜਿਹੜੇ ਫੈਕਟਰਸ ਹੈ ਜੀ, ਜਿੱਦਾਂ ਤੰਬਾਕੂ ਦੀ ਆਪਾਂ ਗੱਲ ਕੀਤੀ ਤਾਂ ਤੰਬਾਕੂ ਦਾ ਸੇਵਨ ਲੋਕੀ ਘੱਟ ਕਰਨ, ਹੈ ਨਾ, ਤੇ ਥਾਈਲੈਂਡ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਕਨਸੈਪਟ ਹੈ, ਉਹਨਾਂ ਨੇ ਇੱਕ ਸਿਨ ਟੈਕਸ ਹਾਂ ਸਿਨ ਪਾਪ ਜਿਹੜਾ ਹੈ ਨਾ, ਸਿਨ ਟੈਕਸ ਸ਼ਰਾਬ ਦੇ ਉੱਪਰ ਲਗਾਇਆ ਹੋਇਆ। ਤਾਂ ਸ਼ਰਾਬ ਦੇ ਉੱਪਰ ਸਿਨ ਟੈਕਸ ਲੈ ਕੇ ਜਿਹੜਾ ਉਹ ਸਿਨ ਟੈਕਸ ਨਾਲ ਜਿਹੜੀ ਇਨਕਮ ਹੁੰਦੀ ਹੈ, ਜਿਹੜਾ ਪੈਸਾ ਹੁੰਦਾ, ਉਹ ਜਿਹੜੇ ਪ੍ਰੋਗਰਾਮ ਹੈ ਲੋਕਾਂ ਨੂੰ ਅਵੇਅਰ ਕਰਨ ਦੇ ਜਾਂ ਉਹਨੂੰ ਇਲਾਜ ਕਰਨ ਦੇ ਜਾਂ ਜਿਹੜਾ ਅਸੀਂ ਸਰਕਾਰ ਦੀ ਜਿੱਦਾਂ ਆਪਾਂ ਗੱਲ ਕੀਤੀ ਕਿ ਲੋਕਾਂ ਵਾਸਤੇ ਹੈਲਥ ਸਿਸਟਮ ਸਟਰੈਂਥਨ ਕਰਨ ਦੇ, ਹੈ ਨਾ, ਪਬਲਿਕ ਜਿਹੜੀ ਪ੍ਰਾਇਮਰੀ ਹੈਲਥ ਸਰਵਿਸ ਜਿਹੜੇ ਡਾਕਟਰਸ ਹੈ ਉਹਨਾਂ ਨੂੰ ਅਵੇਅਰ ਕਰਨ ਦੇ, ਉਸ ਤਰ੍ਹਾਂ ਦੇ ਪ੍ਰੋਗਰਾਮ ਦੇ ਉੱਪਰ ਜਿਹੜਾ ਹੈਗਾ ਉਹ ਪੈਸਾ ਖਰਚਦੇ ਨੇ। ਤੇ ਜੇ ਆਪਾਂ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਕੋਈ ਕਨਸੈਪਟ ਲੈ ਕੇ ਆਏ ਜਿਹੜੇ ਲੋਕੀ ਤੰਬਾਕੂ ਪੀਂਦੇ ਨੇ, ਜਿਹੜੇ ਲੋਕੀ ਬੀੜੀ ਖਰੀਦਦੇ ਨੇ, ਸਿਗਰਟ ਖਰੀਦਦੇ ਨੇ ਜਾਂ ਜਿਹੜਾ ਹੈਗਾ এনवायरमेंट ਜਿਹੜਾ ਪੋਲੂਸ਼ਨ ਕ੍ਰੀਏਟ ਕਰਦੇ ਨੇ ਜਿਹੜੀ ਇੰਡਸਟਰੀ, ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਟੈਕਸ ਲਾਇਆ ਜਾਏ ਕਿ ਉਸ ਪੈਸੇ ਦਾ ਆਪਾਂ ਇਸਤੇਮਾਲ ਜਿਹੜਾ ਹੈਗਾ ਉਹ ਲੋਕਾਂ ਨੂੰ ਜਿਹੜਾ ਅਵੇਅਰ ਕਰਨ ਦੇ ਵਿੱਚ, ਔਰ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਜਿਹੜੀ ਚੀਜ਼ਾਂ ਹੈ ਉਹ ਨੁਕਸਾਨਦਾਇਕ ਨੇ। ਅੱਜ ਕੱਲ੍ਹ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਿ ਜਿਹੜੇ ਸਿਗਰਟ ਦੀ ਜਿਹੜੀ
ਪੈਕੇਟ ਆਂਦਾ ਜਾਂ ਬੀੜੀ ਦਾ ਜਿਹੜਾ ਬੰਡਲ ਆਂਦਾ ਉਹਦੇ ਵਿੱਚ ਬੜੀ ਸਾਰੀ ਵਿਧਾਨਿਕ ਚੇਤਾਵਨੀ ਜਿਹੜੀ ਉਹ ਲਿਖੀ ਹੁੰਦੀ ਹੈ, ਤਸਵੀਰ ਲਗਾ ਕੇ ਦਿਖਾਈ ਹੁੰਦੀ ਹੈ ਕਿ ਇਹਦੇ ਨਾਲ ਜਿਹੜਾ ਕੈਂਸਰ ਹੋ ਜਾਂਦਾ ਹੈ। ਤੇ ਦੇਖਿਆ ਵੀ ਗਿਆ ਕਿ ਪੁਰਸ਼ਾਂ ਦੇ ਵਿੱਚ ਜਿਹੜਾ ਕੈਂਸਰ ਮੇਨ ਤੌਰ ਤੇ ਜਿਹੜਾ ਹੈਗਾ ਉਹ ਫੇਫੜਿਆਂ ਦਾ ਕੈਂਸਰ ਔਰ ਜਿਹੜਾ ਗਲੇ ਦਾ ਕੈਂਸਰ ਉਹ ਜ਼ਿਆਦਾ ਪੈ ਗਿਆ, ਵਿਸ਼ੇਸ਼ ਤੌਰ ਤੇ ਜਿਹੜੇ ਲੋਕੀ ਸਮੋਕਿੰਗ ਕਰਦੇ ਨੇ, ਤੰਬਾਕੂ ਜਾਂ ਜਿਹੜਾ ਸਮੋਕਲੈਸ ਤੰਬਾਕੂ ਜਿਹੜਾ ਹੈਗਾ ਉਹ ਖਾਂਦੇ ਨੇ। ਤਾਂ ਜਿਹੜੀ ਆਪਾਂ ਗੱਲ ਕੀਤੀ ਤਾਂ ਰੈਸਪੀਰੇਟਰੀ ਡਿਜ਼ੀਜ਼ ਵਾਸਤੇ ਇਹਨਾਂ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੇ 2 ਫੈਕਟਰ ਨੇ, এনवायरमेंट ਦਾ ਔਰ ਤੰਬਾਕੂ ਵਾਲਾ, ਇਹਨਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਜੀ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਤੰਬਾਕੂ ਦੀ ਗੱਲ ਚੱਲ ਰਹੀ ਹੈ ਤੇ ਇਹਦੇ ਨਾਲ ਹੀ ਜੁੜਿਆ ਹੈ ਅਗਲਾ ਸਵਾਲ ਕਿ ਜੇ ਕੈਂਸਰ ਦੀ ਗੱਲ ਕਰੀਏ ਤੇ ਕੈਂਸਰ ਦੀ ਬਿਮਾਰੀ ਵੀ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਵੱਧਦੀ ਜਾ ਰਹੀ ਹੈ। ਇਹੀ ਤੁਹਾਡੇ ਤੋਂ ਜਾਣਾਂਗੇ ਕਿ ਕਿਉਂ ਕੈਂਸਰ ਜਿਹੜਾ ਹੈ ਇੰਨਾ ਜ਼ਿਆਦਾ ਵੱਧ ਰਿਹਾ ਹੈ, ਕੀ ਕਾਰਨ ਹੈ ਇਹਦੇ? ਜਦੋਂ ਆਪਾਂ ਗੱਲ ਕੀਤੀ ਡੈਥਸ ਦੀ, ਮੌਤ ਦੀ, ਤਾਂ ਤਕਰੀਬਨ 9.5% ਜਿਹੜੀ ਡੈਥ ਹੈ, ਜਿਹੜੀ ਮੌਤਾਂ ਉਹ ਕੈਂਸਰ ਕਰਕੇ ਹੁੰਦੀਆਂ ਨੇ। ਤੁਸੀਂ ਆਪਣੇ ਐਕਸਟੈਂਡਡ ਜਿਹੜੀ ਫੈਮਿਲੀ ਉਹਦੇ ਵਿੱਚ ਕਿਸੇ ਨਾ ਕਿਸੇ ਨੂੰ ਆਪਾਂ ਦੇਖਦੇ ਹਾਂ ਕਿ ਕੈਂਸਰ ਹੋਇਆ ਹੁੰਦਾ ਹੈ। ਤੇ ਆਪਾਂ ਗੱਲ ਕੀਤੀ ਸੀ ਕਿ ਪੁਰਸ਼ਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਲੰਗਸ ਦਾ ਕੈਂਸਰ ਔਰ ਜਿਹੜਾ ਗਲੇ ਦਾ ਕੈਂਸਰ ਉਹ ਮੁੱਖ ਪਾਇਆ ਜਾਂਦਾ। ਇਸੇ ਤਰ੍ਹਾਂ ਜਿਹੜੀ ਲੇਡੀਜ਼ ਹੈਗੀ, ਇਸਤਰੀਆਂ ਜਿਹੜੀਆਂ ਹੈਗੀਆਂ, ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਉਹ ਬ੍ਰੈਸਟ ਦਾ ਕੈਂਸਰ ਔਰ ਬੱਚੇਦਾਨੀ ਦੇ ਮੂੰਹ ਦਾ ਜਿਹੜਾ ਕੈਂਸਰ ਹੈ ਉਹ ਮੁੱਖ ਤੌਰ ਤੇ ਜਿਹੜਾ ਜ਼ਿਆਦਾ ਪਾਇਆ ਜਾਂਦਾ ਹੈ। ਕੈਂਸਰ ਦੀ ਜਿਹੜੀ ਸਮੱਸਿਆ ਉਹਦਾ ਮੇਨ ਕਾਰਨ ਤਾਂ ਜਿਹੜੇ ਆਪਾਂ ਇਹ ਫੈਕਟਰ ਦੀ ਗੱਲ ਕੀਤੀ ਹੈ ਤੇ ਉਸ ਤੋਂ ਇਲਾਵਾ ਕੁਝ ਹੋਰ ਵੀ ਜਿਹੜੇ ਫੈਕਟਰ ਹੈ ਉਹਦੇ ਵਿੱਚ ਰੋਲ ਪਲੇ ਕਰਦੇ ਨੇ, ਜਿੱਦਾਂ ਕਿ ਕੁਝ ਇਨਫੈਕਸ਼ੀਅਸ ਜਿਹੜੀ ਡਿਜ਼ੀਜ਼ ਜਿਹਦੇ ਹੈਗੀਆਂ, ਜਿੱਦਾਂ ਪੇਟ ਦਾ ਕੈਂਸਰ ਹੈ, ਹੈਲੀਕੋਬੈਕਟਰ ਪਿਲਾਇਰਿਕ ਬੈਕਟੀਰੀਆ ਹੁੰਦਾ, ਉਹਦੇ ਕਰਕੇ ਜਿਹੜੇ ਚਾਂਸ ਜ਼ਿਆਦਾ ਵੱਧ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਲੇਡੀਜ਼ ਦੀ ਆਪਾਂ ਗੱਲ ਕੀਤੀ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਤਾਂ ਪੈਪਿਲੋਮਾ ਵਾਇਰਸ ਜਿਹੜਾ ਹੈਗਾ ਉਹਦੇ ਕਰਕੇ ਉਹਦੇ ਜਿਹੜਾ ਹੈਗਾ ਕੈਂਸਰ ਹੋਣ ਦੇ ਚਾਂਸ ਵੱਧ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਲੀਵਰ ਦੇ ਜਿਹੜੇ ਕੈਂਸਰ ਹੈਗੇ ਉਹਦੇ ਵਿੱਚ ਹੈਪੇਟਾਈਟਿਸ ਬੀ ਔਰ ਹੈਪੇਟਾਈਟਿਸ ਸੀ ਜਿਹੜਾ ਹੈਗਾ ਉਹ ਇਨਫੈਕਸ਼ਨ ਜਿਹੜਾ ਫੈਲਦਾ ਉਹਦੇ ਕਰਕੇ ਸਿਰੋਸਿਸ ਹੁੰਦੀ ਹੈ, ਫਿਰ ਉਸ ਤੋਂ ਬਾਅਦ ਉਹ ਕੈਂਸਰ ਦੇ ਵਿੱਚ ਕਨਵਰਟ ਹੋਣ ਦੇ ਜਿਹੜੇ ਚਾਂਸਸ ਹੈ ਉਹ ਵੱਧ ਜਾਂਦੇ ਨੇ। ਤੇ ਲੋਕਾਂ ਦੇ ਵਿੱਚ ਕੈਂਸਰ ਹੋਣ ਦੇ ਦੋਨੇ ਤਰ੍ਹਾਂ ਦੇ ਜਿਹੜੇ ਕਾਰਨ ਬਣਦੇ ਨੇ ਕਿ ਇੱਕ ਤਾਂ ਇਹ ਫੈਕਟਰ ਜਿਹੜੇ ਆਪਾਂ ਗੱਲ ਕੀਤੀ, 8 ਫੈਕਟਰ ਦੀ ਗੱਲ ਕੀਤੀ, ਦੂਸਰੇ ਤੋਂ ਇਲਾਵਾ ਜਿਹੜਾ ਇਨਫੈਕਸ਼ਨ ਜਿਹੜੇ ਹੈਗੇ ਨੇ ਉਹਨਾਂ ਦੀ ਗੱਲ ਕੀਤੀ, ਤੇ ਉਹਨਾਂ ਦਾ ਜਿਹੜਾ ਰਿਸਕੀ ਬਿਹੇਵੀਅਰ ਜਿਹੜਾ ਹੈਗਾ, ਬਿਹੇਵੀਅਰ ਰਿਸਪੈਕਟ ਦੀ ਗੱਲ ਕੀਤੀ। ਤਾਂ ਇਹ ਜਿਹੜੇ ਕਾਰਨ, ਇਹ ਜਿਹੜੇ ਫੈਕਟਰਸ ਨੇ, ਇਹ ਫਿਰ ਆਪਾਂ ਪਾਵਰਟੀ, ਅਰਬਨਾਈਜੇਸ਼ਨ ਦੀ ਗੱਲ ਕੀਤੀ, ਤਾਂ ਉਹ ਸਾਰੇ ਮਿਲ ਕੇ ਜਿਹੜੇ ਹੈਗੇ ਕੈਂਸਰ ਦਾ ਕਾਰਨ ਬਣਦੇ ਨੇ ਜੀ। ਇਹ ਕਾਰਨ ਬਣ ਜਾਂਦੇ ਤੇ ਨਿਵਾਰਨ ਦੀ ਜੇ ਗੱਲ ਕਰੀਏ ਜਾਂ ਫਿਰ ਕੁਝ ਐਸੀ ਸਾਵਧਾਨੀਆਂ ਜਿਨ੍ਹਾਂ ਨੂੰ ਵਰਤ ਕੇ ਅਸੀਂ ਇੰਨੀ ਵੱਡੀ ਬਿਮਾਰੀਆਂ ਤੋਂ ਬਚ ਸਕਦੇ ਹਾਂ? ਸਾਵਧਾਨੀਆਂ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਇੱਕ ਤਾਂ ਲਾਈਫ ਕੋਰਸ ਅਪਰੋਚ ਜਿਹੜਾ ਹੈਗਾ ਕਿ ਆਪਾਂ ਪ੍ਰੈਗਨੈਂਸੀ ਦੇ ਸਮੇਂ ਤੋਂ ਹੀ ਜਿਹੜਾ ਹੈਗਾ ਜਿੰਨੇ ਵੀ ਨਾਨ ਕਮਿਊਨੀਕੇਬਲ ਡਿਜ਼ੀਜ਼ ਹੈਗੇ ਉਹਦੇ ਵਿੱਚ ਕੈਂਸਰ ਵੀ ਆ ਜਾਂਦਾ ਹੈ, ਤੇ ਬਜ਼ੁਰਗੀਅਤ ਤੱਕ ਹੈ ਨਾ, ਬਚਪਨ ਲੈ ਕੇ ਜਵਾਨੀ ਲੈ ਕੇ ਅਡਲਟਹੁੱਡ ਲੈ ਕੇ ਸਾਰੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਅਪਰੋਚ ਜਿਹੜੀ ਅਪਣਾਈ ਜਾਵੇ। ਇਕੱਲੇ ਤੌਰ ਤੇ ਉਹਨੂੰ ਇਹ ਨਾ ਦੇਖਿਆ ਜਾਏ ਕਿ ਹੁਣ ਕੈਂਸਰ ਹੋ ਗਿਆ ਹੁਣ ਇਹਦਾ ਇਲਾਜ ਕਰੀਏ। ਸ਼ੁਰੂ ਤੋਂ ਹੀ ਜਿਹੜਾ ਹੈਗਾ ਪ੍ਰੈਗਨੈਂਸੀ ਦੇ ਸਮੇਂ ਤੋਂ ਹੀ, ਜਦੋਂ ਬੱਚਾ ਗਰਭ ਦੇ ਅੰਦਰ ਹੈ ਉਦੋਂ ਤੋਂ ਹੀ ਉਹਦਾ ਜਿਹੜਾ ਸਾਰਾ ਕੁਝ ਜਿਹੜਾ ਅਸੀਂ ਕਰੀਏ। ਬੱਚੇ ਨੂੰ ਜਿਹੜਾ ਹੈਗਾ ਅਸੀਂ ਖੇਡਾਂ ਵੱਲ ਲੈ ਕੇ ਜਾਈਏ, ਉਹਦਾ ਜਿਹੜਾ ਡਾਈਟ ਹੈ ਉਹਦਾ ਧਿਆਨ ਰੱਖੀਏ, ਉਹਨੂੰ ਵੈਜੀਟੇਬਲ ਫਰੂਟ ਜਿਹੜੇ ਹੈਗੇ ਉਹ ਜ਼ਿਆਦਾ ਦਈਏ, ਉਹਨੂੰ ਵੇਸਨ ਜਿਹੜੇ ਹੈਗੇ ਆ, ਤੰਬਾਕੂ ਦੀ ਗੱਲ ਕੀਤੀ, ਉਸ ਤੋਂ ਬਚਾ ਕੇ ਰੱਖੀਏ। ਇਸ ਤੋਂ ਇਲਾਵਾ ਜਿਹੜੇ ਸਾਡੇ ਆਪਣੇ ਫੈਕਟਰ, ਜਿਹੜਾ ਸਾਡਾ ਆਪਣਾ ਰਹਿਣ ਸਹਿਣ ਹੈ, ਜਦੋਂ ਅਸੀਂ ਆਪਣੇ ਆਪ ਉਸ ਕੰਮ ਦੇ ਲਾਇਕ ਹੋ ਜਾਂਦੇ ਤਾਂ ਅਸੀਂ ਉਹਨਾਂ ਫੈਕਟਰਸ ਦਾ ਧਿਆਨ ਰੱਖੀਏ, ਉਹਨਾਂ ਵਿੱਚ ਜਿਹੜਾ ਆਪਣਾ ਵਜ਼ਨ ਹੈ ਉਹ ਕੰਟਰੋਲ ਦੇ ਵਿੱਚ ਰੱਖੀਏ, ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹਨੂੰ ਰੈਗੂਲਰਲੀ ਉਹਦੀ ਮੋਨੀਟਰਿੰਗ ਕਰਾਈਏ, ਜਿਹੜੀ ਸਾਡੀ ਸ਼ੂਗਰ ਹੈ ਉਹਦੀ ਰੈਗੂਲਰ ਮੋਨੀਟਰਿੰਗ ਕਰਾਈਏ, ਜਿਹੜੇ ਸਾਡੇ ਲਿਪਿਡਸ ਹੈਗੇ, ਕੋਲੇਸਟ੍ਰੋਲ ਹੈ ਜਿਹੜੀ ਰੈਗੂਲਰ ਜੇ ਸਾਨੂੰ ਲੱਗਦਾ ਕਿ ਉਹ ਵੱਧ ਰਹੇ ਤਾਂ ਉਹਦਾ ਇਲਾਜ ਕਰਾਈਏ। ਤਾਂ ਇਹ ਸਾਰੇ ਜਿਹੜੇ ਰਿਸਕ ਫੈਕਟਰ ਹੈ ਉਹਨਾਂ ਦੇ ਉੱਪਰ ਕੰਮ ਕਰੀਏ। ਤੇ ਇਸ ਤੋਂ ਇਲਾਵਾ ਆਪਾਂ ਗੱਲ ਕੀਤੀ ਸੀ ਕਿ ਸਮਾਜ ਦੀ ਗੱਲ ਕੀਤੀ ਹੈ ਨਾ, ਧਰਮ ਗੁਰੂਆਂ ਦੀ ਗੱਲ ਕੀਤੀ, ਮੀਡੀਆ ਦੀ ਗੱਲ ਕੀਤੀ, ਤਾਂ ਉਹ ਸਾਰੀ ਚੀਜ਼ਾਂ ਜਿਹੜੀ ਹੈਗੀ ਉਹਨਾਂ ਵਿੱਚ ਲੈ ਕੇ ਆਈਏ ਤੇ ਇਸ ਤਰ੍ਹਾਂ ਦਾ ਰਹਿਣ ਸਹਿਣ ਜਿਹੜਾ ਹੈਗਾ ਤੇ ਆਪਣੇ ਖਾਣ ਪੀਣ ਦਾ ਜਿਹੜਾ ਅਨਹੈਲਦੀ ਡਾਈਟ ਤੇ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੀਏ ਤਾਂ ਇਹਨਾਂ ਚੀਜ਼ਾਂ ਨੂੰ ਕਾਫੀ ਹੱਦ ਤੱਕ, ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਸਿਰਫ 35-40 ਰੁਪਏ ਪਰ ਵਿਅਕਤੀ ਪਰ ਸਾਲ ਜਿਹੜਾ ਹੈ ਉਹ ਖਰਚਾ ਆਉਂਦਾ ਹੈ। ਤਾਂ ਕਿੰਨੇ ਸਾਰੇ ਜਿਹੜਾ ਸਾਡਾ ਹੈਲਥ ਸਿਸਟਮ ਦੇ ਉੱਪਰ ਜਿਹੜਾ ਬਰਡਨ ਹੈ, ਇਕਨੋਮਿਕ ਜਿਹੜਾ ਦੇਸ਼ ਦੇ ਉੱਪਰ ਬਰਡਨ ਹੈ, ਜਿਹੜਾ ਪਰਿਵਾਰ ਦੇ ਉੱਪਰ ਜਿਹੜਾ ਉਹ ਖਰਚਾ ਆ ਜਾਂਦਾ ਇੰਨਾ ਵੱਡਾ, ਉਸ ਤੋਂ ਬਚਿਆ ਜਾ ਸਕਦਾ ਇੱਕ ਛੋਟੀ ਜੀ ਥੋੜੇ ਜਿਹੇ ਖਰਚੇ ਨਾਲ ਇਹ ਜਿਹੜੀ ਹੈਗੀ ਸਾਰੀ ਐਕਟੀਵਿਟੀਜ਼ ਅਸੀਂ ਜਿਹੜੀਆਂ ਉਹ ਕਰ ਸਕਦੇ ਹਾਂ ਜੀ। ਤੇ ਡਾਕਟਰ ਸਾਹਿਬ ਇੱਥੇ ਇੱਕ ਗੱਲ ਹੋਰ ਕਰਨੀ ਜ਼ਰੂਰ ਬਣਦੀ ਹੈ, ਉਹ ਹੈ ਮਾਨਸਿਕ ਸਮੱਸਿਆਵਾਂ ਦੀ। ਮਾਨਸਿਕ ਸਮੱਸਿਆਵਾਂ, ਰੋਗ ਉਹ ਵੀ ਲਗਾਤਾਰ ਅਸੀਂ ਦੇਖਦੇ ਹਾਂ ਵੱਧ ਰਹੇ ਔਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵੱਧ ਰਹੇ ਨੇ। ਅਸੀਂ ਦੇਖ ਰਹੇ ਹਾਂ ਬੱਚਿਆਂ ਨੂੰ ਵੀ ਮਾਨਸਿਕ ਤਣਾਅ ਹੋ ਰਿਹਾ ਹੈ ਜਾਂ ਫਿਰ ਇੱਕ ਉਮਰ ਤੋਂ ਬਾਅਦ ਜਾ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਐਂਜ਼ਾਈਟੀ ਜ਼ਿਆਦਾ ਵੱਧ ਰਹੀ ਹੈ। ਇਹਦੇ ਕੀ ਕਾਰਨ ਹੋ ਸਕਦੇ ਨੇ? ਅੱਜ ਕੱਲ ਕਿਉਂਕਿ ਸਾਡਾ ਕੰਪਿਊਟਰ ਦਾ ਯੁੱਗ ਆਪਾਂ ਕਹਿੰਦੇ ਆ ਕਿ ਜਿਹੜਾ ਮਾਡਰਨ ਹੋ ਗਿਆ, ਉਹਦੇ ਨਾਲ ਜਿਹੜੀ ਇਹ ਜੀ ਬਿਮਾਰੀਆਂ, ਜਿਹੜਾ ਮੈਂਟਲ ਸਟ੍ਰੈਸ ਹੈ, ਕਿਸੇ ਨੂੰ ਜੌਬ ਰਿਲੇਟਡ ਸਟ੍ਰੈਸ ਹੈ, ਸਾਡੀ ਜਿਹੜੀ ਜੁਆਇੰਟ ਫੈਮਿਲੀ ਜਿਹੜੇ ਪਰਿਵਾਰ ਸੀਗੇ ਉਹ ਟੁੱਟ ਰਹੇ ਆ, ਤਾਂ ਇਕੱਲਾਪਣ ਜਿਹੜਾ ਹੈਗਾ ਖਾਸ ਤੌਰ ਤੇ ਬਜ਼ੁਰਗਾਂ ਦੇ ਵਿੱਚ ਜਿਹੜਾ ਅਸੀਂ ਦੇਖਦੇ ਹਾਂ ਇਕੱਲਾਪਣ ਉਹ ਪਾਇਆ ਜਾਂਦਾ ਹੈ। ਤੇ ਕਿਉਂਕਿ ਦੋਨੇ ਜਿਹੜੇ ਮਾਤਾ ਪਿਤਾ ਉਹ ਕੰਮਕਾਜੀ ਕਈ ਵਾਰ ਹੁੰਦੇ ਨੇ ਤੇ ਬੱਚਿਆਂ ਵੱਲ ਅਸੀਂ ਜਿਹੜਾ ਧਿਆਨ ਹੈ ਉਹ ਘੱਟ ਦਿੱਤਾ ਜਾਂਦਾ। ਇਸ ਤੋਂ ਇਲਾਵਾ ਸਾਡੇ
ਸੋਸਾਇਟੀਜ਼ ਜਿਹੜੀ ਆਪਾਂ ਕਹਿ ਦਈਏ ਕਿ ਕੰਕਰੀਟ ਦਾ ਜੰਗਲ ਜਿਹੜਾ ਹੈਗਾ ਇੱਕ ਸਾਰੇ ਪਾਸੇ ਵਿਛਿਆ ਹੋਇਆ ਹੈ ਨਾ, ਉਹਦੇ ਕਰਕੇ ਪਲੇਗਰਾਊਂਡਸ ਜਿਹੜੇ ਹੈਗੇ ਉਹ ਖਤਮ ਹੋ ਗਏ ਨੇ ਤੇ ਬੱਚਿਆਂ ਨੂੰ ਖੇਡਣ ਦਾ ਸਮਾਂ ਵੀ ਘੱਟ ਮਿਲਦਾ ਹੈ ਤੇ ਜਿਹੜੀ ਜਗ੍ਹਾ ਵੀ ਘੱਟ ਮਿਲਦੀ ਹੈ। ਇਸ ਤੋਂ ਇਲਾਵਾ ਜਿਹੜੇ ਇੱਕ ਜਿਹੜਾ ਸਾਡਾ ਮਨ ਹੈ, ਆਯੁਰਵੈਦਿਕ ਇਸ ਤਰ੍ਹਾਂ ਦੀ ਸਾਇੰਸ ਹੈ ਜਿਹਦੇ ਵਿੱਚ ਮਨ ਔਰ ਆਤਮਾ ਦੀ ਵੀ ਗੱਲ ਕੀਤੀ ਗਈ ਹੈ। ਸਰੀਰ ਤੋਂ ਇਲਾਵਾ ਉਹ ਸਰੀਰ ਦੇ ਨਾਲ ਜੁੜਿਆ ਹੋਇਆ। ਜਦੋਂ ਸਾਡਾ ਮਨ ਖਰਾਬ ਹੋਏਗਾ ਅਸੀਂ ਦੇਖਦੇ ਹਾਂ ਕਿ ਸਾਨੂੰ ਭੁੱਖ ਨਹੀਂ ਲੱਗੇਗੀ, ਹੈ ਨਾ, ਜਾਂ ਸਾਨੂੰ ਜਿਹੜਾ ਹੈਗਾ ਕੌਨਸਟੀਪੇਸ਼ਨ ਹੋ ਜਾਏਗੀ, ਜਾਂ ਸਾਡਾ ਜਿਹੜਾ ਹੈਗਾ ਸਿਰ ਦਰਦ ਸ਼ੁਰੂ ਹੋ ਜਾਏਗਾ। ਤਾਂ ਮਨ ਔਰ ਸਰੀਰ ਆਪਸ 'ਚ ਜੁੜੇ ਹੋਏ ਹਨ। ਤਾਂ ਮਨ ਨੂੰ ਸਵਸਥ ਰੱਖਣ ਵਾਸਤੇ ਤੁਸੀਂ ਬਹੁਤ ਵਧੀਆ ਇੱਕ ਮਤਲਬ ਸਵਾਲ ਕੀਤਾ ਹੈ। ਇਹ ਨਾਨ ਕਮਿਊਨੀਕੇਬਲ ਡਿਜ਼ੀਜ਼ ਦਾ ਇੱਕ ਬਹੁਤ ਮਤਲਬ ਹਿੱਸਾ ਹੈ। ਤਾਂ ਮਨ ਨੂੰ ਸਵਸਥ ਰੱਖਣ ਵਾਸਤੇ ਜਿਹੜਾ ਹੈਗਾ ਸਾਨੂੰ ਆਪਣੇ ਅੰਦਰੋਂ ਐਟੀਟਿਊਡ ਜਿਹੜਾ ਹੈ ਉਹ ਜੀਵਨ ਦੇ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਹੈ ਚੇਂਜ ਕਰਨਾ ਪਏਗਾ। ਤੇ ਇਸ ਤੋਂ ਇਲਾਵਾ ਸਰੀਰਕ ਕਸਰਤ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ। ਉਹਦੇ ਵਿੱਚ ਤੁਸੀਂ ਯੋਗਾ ਵੀ ਅਪਣਾ ਸਕਦੇ ਹੋ, ਜਾਂ ਵੈਸੇ ਵੀ ਸਰੀਰਕ ਕਸਰਤ ਕਰ ਲਓ ਤਾਂ ਉਹਦੇ ਨਾਲ ਜਿਹੜੇ ਹੈਪੀ ਹਾਰਮੋਨਸ ਜਿਹੜੇ ਹੈਗੇ ਉਹ ਬੋਡੀ 'ਚੋਂ ਰਿਲੀਜ਼ ਹੁੰਦੇ ਨੇ, ਸਿਕਰੀਟ ਹੁੰਦੇ ਨੇ, ਤੁਹਾਡਾ ਜਿਹੜਾ ਮਨ ਹੈ ਉਹ ਸਵਸਥ ਰਹਿੰਦਾ। ਇਸ ਤੋਂ ਇਲਾਵਾ ਜਿਹੜਾ ਧਿਆਨ ਹੈ, ਮੈਡੀਟੇਸ਼ਨ ਜਿਹੜੀ ਹੈ, ਉਹਨੂੰ ਵੀ ਆਪਣਾ ਜਿਹੜਾ ਹੈਗਾ ਜੀਵਨ ਸ਼ੈਲੀ ਦਾ ਜਿਹੜਾ ਹਿੱਸਾ ਹੈ ਉਹ ਅਪਣਾਇਆ ਜਾਣਾ ਬਣਦਾ ਹੈ। ਘੱਟ ਤੋਂ ਘੱਟ 15-20 ਮਿੰਟ ਦਾ ਜਿਹੜਾ ਧਿਆਨ ਹੈ ਉਹ ਹਰ ਵਿਅਕਤੀ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਆਪਣੇ ਜੀਵਨ ਜਾਂਚ ਦਾ ਜਿਹੜਾ ਹਿੱਸਾ ਹੈ। ਡਾਕਟਰ ਸਾਹਿਬ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ ਲਈ, ਸਿਹਤਮੰਦ ਰੱਖਣ ਲਈ ਹੋਰ ਕੀ ਉਪਰਾਲੇ ਜਿਹੜੇ ਹੈ ਉਹ ਕੀਤੇ ਜਾ ਸਕਦੇ ਨੇ? ਟਿਪਸ ਅਸੀਂ ਤੁਹਾਡੇ ਤੋਂ ਜ਼ਰੂਰ ਲਵਾਂਗੇ। ਸਰੀਰਕ ਕਸਰਤ ਦੀ ਆਪਾਂ, ਯੋਗਾ ਦੀ ਆਪਾਂ, ਮੈਡੀਟੇਸ਼ਨ ਦੀ ਆਪਾਂ ਗੱਲ ਕਰ ਚੁੱਕੇ ਹਾਂ। ਇਹਨਾਂ ਦੇ ਨਾਲ ਜਿਹੜਾ ਹੈਗਾ ਜਿਹੜੇ ਰਿਸਕ ਫੈਕਟਰ ਉਹਨਾਂ ਦੇ ਆਪਾਂ ਕੰਮ ਕਰਨ ਦੀ ਗੱਲ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਜਿਹੜਾ ਭੋਜਨ ਸਾਡਾ ਹੈਗਾ ਹੈ ਨਾ, ਉਹ ਜਿੱਦਾਂ ਕੁਝ ਭੋਜਨ ਜਿਹੜੇ ਹੈਗੇ ਉਹ ਇੱਕ ਦੂਜੇ ਨਾਲ ਮਿਲਾ ਕੇ ਨਹੀਂ ਖਾਣੇ ਚਾਹੀਦੇ, ਜਿੱਦਾਂ ਕਿ ਦੁੱਧ ਔਰ ਮੂਲੀ, ਦੁੱਧ ਔਰ ਨਮਕੀਨ ਪਦਾਰਥ, ਇਹਨੂੰ ਜਿਹੜੇ ਹੈਗੇ ਵਿਰੁੱਧ ਆਸਨ ਆਪਾਂ ਇਹਨੂੰ ਕਹਿੰਦੇ ਆ, ਵਿਰੁੱਧ ਆਹਾਰ ਜਿਹਨੂੰ ਆਪਾਂ ਕਹਿੰਦੇ ਆ ਆਯੁਰਵੇਦ ਦੇ ਵਿੱਚ। ਤਾਂ ਇਸ ਤਰ੍ਹਾਂ ਦਾ ਜਿਹੜਾ ਭੋਜਨ ਹੈ, ਸ਼ਹਿਦ ਔਰ ਜਿਹੜਾ ਘਿਓ ਹੈ, ਦੇਸੀ ਘਿਓ ਬਰਾਬਰ ਮਾਤਰਾ 'ਚ ਮਿਲਾ ਕੇ ਲੈਣਾ ਹੈ ਨਾ, ਤਾਂ ਉਹ ਜ਼ਹਿਰ ਦਾ ਕੰਮ ਕਰਦੇ ਨੇ, ਹੈ ਨਾ। ਜਾਂ ਦੁੱਧ ਨਾਲ ਮੱਛੀ ਦਾ ਸੇਵਨ ਜਿਹੜਾ ਕੁਝ ਲੋਕੀ ਨਹੀਂ ਕਰਦੇ ਨੇ, ਉਹ ਸਕਿਨ ਡਿਜ਼ੀਜ਼ ਦਾ ਕਾਰਨ ਬਣਦੇ ਨੇ। ਤਾਂ ਇਸ ਤਰ੍ਹਾਂ ਜਿਹੜੇ ਫੈਕਟਰਸ ਹੈ, ਇਸ ਤਰ੍ਹਾਂ ਦਾ ਜਿਹੜਾ ਭੋਜਨ ਹੈ ਉਹ ਲਿਆ ਜਾਣਾ ਨਹੀਂ ਬਣਦਾ ਤੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਣਾ ਬਣਦਾ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਭੋਜਨ ਹੈ ਉਹ ਨਾ ਲਓ। ਇਸ ਤੋਂ ਇਲਾਵਾ ਜਿਹੜਾ ਆਪਣਾ ਭੋਜਨ ਹੈ, ਆਪਣੀ ਜਿਹੜਾ ਸਰੀਰ ਦੀ ਸਮਰੱਥਾ ਹੈ ਜਾਂ ਪੇਟ ਦੀ ਸਮਰੱਥਾ ਹੈ, ਉਸ ਦੇ ਅਨੁਸਾਰ ਹੀ ਜਿਹੜਾ ਲੈਣਾ ਚਾਹੀਦਾ। ਆਯੁਰਵੇਦ ਦੇ ਵਿੱਚ ਕਨਸੈਪਟ ਹੈ ਤ੍ਰਿਵਿਧ ਕੁਕਸ਼ੀ ਦਾ। ਤ੍ਰਿਵਿਧ ਕੁਕਸ਼ੀ ਦੇ ਵਿੱਚ ਜਿਹੜਾ ਤੁਸੀਂ ਆਹਾਰ ਲੈਣਾ, ਉਹ ਇੱਕ ਹਿੱਸਾ ਜਿਹੜਾ ਪੇਟ ਦਾ ਹੈ ਉਹ ਤੁਸੀਂ ਠੋਸ ਪਦਾਰਥ ਜਿਹੜੇ ਹੈਗੇ ਉਹਨਾਂ ਨਾਲ, ਦੂਜਾ ਹਿੱਸਾ ਜਿਹੜਾ ਹੈਗਾ ਉਹ ਲਿਕੁਇਡ ਜਿਹੜੇ ਤਰਲ ਪਦਾਰਥ ਹੈ ਉਹਨਾਂ ਨਾਲ, ਤੀਜਾ ਹਿੱਸਾ ਤੁਸੀਂ ਖਾਲੀ ਰੱਖਣਾ ਹੈ। ਤੇ ਰਾਤ ਦਾ ਜਿਹੜਾ ਖਾਣਾ ਹੈ ਇਹ ਕੋਸ਼ਿਸ਼ ਕੀਤਾ ਜਾਣਾ ਚਾਹੀਦਾ ਕਿ ਉਹ ਸੂਰਜ ਛਿਪਣ ਤੋਂ ਪਹਿਲੇ ਲਿਆ ਜਾਵੇ ਤੇ ਰਾਤ ਦਾ ਜਿਹੜਾ ਖਾਣਾ ਹੈ ਉਹ ਬਹੁਤ ਘੱਟ ਮਾਤਰਾ ਦੇ ਵਿੱਚ, ਜਿਹੜਾ ਛੇਤੀ ਹਜਮ ਹੋ ਜਾਏ। ਖਾਣ ਦੇ ਸੌਣ ਦੇ ਵਿਚਕਾਰ ਜਿਹੜਾ ਘੱਟ ਤੋਂ ਘੱਟ ਜਿਹੜਾ 2 ਘੰਟੇ ਦਾ ਜਿਹੜਾ ਫਰਕ ਹੈ ਉਹ ਲੈਣਾ ਚਾਹੀਦਾ। ਇਸ ਤੋਂ ਇਲਾਵਾ ਖਾਣਾ ਔਰ ਕਸਰਤ ਇਹ ਵੀ ਆਪਸ ਵਿੱਚ ਜੁੜੇ ਹੋਏ ਨੇ। ਤੁਸੀਂ ਖਾਣ ਤੋਂ ਇੱਕਦਮ ਬਾਅਦ ਕਸਰਤ ਨਹੀਂ, ਘੱਟ ਤੋਂ ਘੱਟ ਜਦੋਂ ਤੁਹਾਡਾ ਖਾਣਾ ਹਜ਼ਮ ਹੋ ਜਾਏ 2 ਜਾਂ 3 ਘੰਟੇ ਦਾ ਵਕਫਾ ਜਿਹੜਾ ਹੈਗਾ ਉਹ ਲੈਣਾ ਚਾਹੀਦਾ। ਇਸੇ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਜਿਹੜਾ ਹੈਗਾ ਕਸਰਤ ਕਰਨ ਤੋਂ ਇੱਕਦਮ ਬਾਅਦ ਜਿਹੜਾ ਭੋਜਨ ਹੈ ਉਹ ਵੀ ਮਨਾ ਹੈ। ਤਾਂ ਇਹ ਸਾਰੀ ਚੀਜ਼ਾਂ ਦਾ ਸਾਨੂੰ ਜਿਹੜਾ ਹੈਗਾ ਦੈਨ ਇਹ ਛੋਟੀ ਚੀਜ਼ਾਂ ਹੈਗੀਆਂ ਜਿਨ੍ਹਾਂ ਵਿੱਚ ਕੋਈ ਪੈਸਾ ਨਹੀਂ ਲੱਗਦਾ, ਕੋਈ ਖਰਚੇ ਦੀ ਲੋੜ ਨਹੀਂ ਹੈ ਨਾ। ਤਾਂ ਜੇ ਯੋਗਾ ਕਰਨਾ ਤਾਂ ਉਹਦੇ ਵਾਸਤੇ ਵੀ ਕਿਸੇ ਖਰਚੇ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਘਰ ਦੇ ਵਿੱਚ ਵੀ ਇੱਕ ਮੈਟ ਦੇ ਉੱਪਰ, ਦਰੀ ਦੇ ਉੱਪਰ ਕਰ ਸਕਦੇ ਹੋ। ਤਾਂ ਇਹ ਜਿਹੜੀ ਛੋਟੀ ਚੀਜ਼ਾਂ ਇਹਨਾਂ ਵੱਲ ਜਿਹੜਾ ਹੈਗਾ ਉਹ ਧਿਆਨ ਦੇ ਕੇ ਅਸੀਂ ਲੋਕੀ ਜਿਹੜੇ ਹੈਗੇ ਉਹ ਸਵਸਥ ਜੀਵਨ ਸ਼ੈਲੀ ਅਪਣਾ ਕੇ, ਖਾਣ ਪੀਣ ਦਾ ਧਿਆਨ ਰੱਖ ਕੇ, ਆਹਾਰ ਵਿਹਾਰ ਕਸਰਤ ਅਪਣਾ ਕੇ ਆਪਣਾ ਜੀਵਨ ਜਿਹੜਾ ਉਹ ਸਵਸਥ ਰੱਖ ਸਕਦੇ ਨੇ। ਡਾਕਟਰ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ। ਡੰਡ ਬੈਠਕਾ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ, ਮੁੰਡਿਓ ਡੰਡ ਬੈਠਕਾ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ। ਸਿਰ ਤੋਂ ਸੁਸਤੀ ਪਰਾਂ ਉਤਾਰੋ, ਤੁਹਾਨੂੰ ਕੀ ਮਜਬੂਰੀ ਏ, ਭਲਕੀ ਮਜਬੂਰੀ ਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ, ਓਏ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ, ਓ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਹੈਲਥ ਜ਼ਰੂਰੀ ਏ। ਸੋਹਣੇ ਲੱਗਦੇ ਗੁੰਦੇ ਹੋਏ ਸ਼ਰੀਰ ਜਵਾਨਾਂ ਦੇ,
ਸੋਹਣੇ ਲੱਗਦੇ ਕੁੰਦੇ ਹੋਏ ਸ਼ਰੀਰ ਜਵਾਨਾਂ ਦੇ, ਜਿਹੜੇ ਪਾਸੇ ਲੰਗੋ ਚਰਚੇ ਹੋਣ ਤੂਫਾਨਾਂ ਦੇ। ਉਹ ਪੋਤੇ ਵਾਂਗੂ ਫੁੱਲ ਲਮਕਦੇ ਡਰਦੇ ਖਾ ਖਾ ਕੇ, ਚਿਲਮਾ ਵਰਗੀ ਕਰ ਲਈ ਬੁੱਧੀ ਸੂਟੇ ਲਾ ਲਾ ਕੇ। ਆਖਰ ਨੂੰ ਕਮਿਆਉਣੀ ਜਿਹੜੀ ਖਾਦੀ ਚੂਰੀਏ, ਉਹ ਖਾਦੀ ਚੂਰੀਏ। ਬਾਕੀ ਦੇ ਕੰਬਾਂ ਚ ਪਹਿਲਾਂ, ਬਾਕੀ ਦੇ ਕੰਬਾਂ ਚ ਪਹਿਲਾਂ ਫੇਰ ਜ਼ਰੂਰੀ ਏ। ਉਹ ਬਾਕੀ ਦੇ ਕੰਬਾਂ ਚ ਪਹਿਲਾਂ ਨੋ ਸਮੋਕਿੰਗ ਪਲੀਜ਼।